ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਤੇ ਅਸੀਂ ਹਾਜ਼ਰ ਹਾਂ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਔਰ ਇਸ ਪ੍ਰੋਗਰਾਮ ਦਾ ਜਿਹੜਾ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਔਰ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣੇ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵਿਲੱਖਣ ਔਰ ਕੁਝ ਨਵਾਂ ਜਿਹਦੇ ਨਾਲ ਜਿਹੜੀ ਸਮਾਜ ਦੇ ਵਿੱਚ ਇੱਕ ਅਵੇਅਰਨੈਸ ਜਾਗਰੂਕਤਾ ਫੈਲ ਸਕੇ ਜਿਹੇ ਪ੍ਰੋਗਰਾਮ ਤੁਹਾਡੀ ਸੇਵਾ 'ਚ ਹਾਜ਼ਰ ਕਰਨ ਦਾ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ। ਔਰ ਇੱਕ ਸਭ ਤੋਂ ਵੱਡੀ ਜਿਹੜੀ ਅੱਜ ਕੈਨੇਡਾ ਡੇ ਦੀ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਰਹੇਗਾ ਉਹ ਸਪੈਸ਼ਲੀ ਕੈਨੇਡਾ ਡੇ ਨੂੰ ਅਸੀਂ ਸਮਰਪਿਤ ਹਾਂ ਔਰ ਪੂਰੀ ਕੈਨੇਡਾ ਦੇ ਵਿੱਚ ਬਸਦੀ ਲੋਕਾਈ ਨੂੰ ਔਰ ਜਿੰਨੇ ਵੀ ਅਸੀਂ ਡਾਇਸਪੋਰਾ ਜਿਹਨੂੰ ਅਸੀਂ ਪ੍ਰਵਾਸ ਕਹਿੰਦੇ ਹਾਂ, ਪ੍ਰਵਾਸ ਕਰਕੇ ਅਸੀਂ ਅਲੱਗ-ਅਲੱਗ ਕੰਟਰੀਜ਼ ਤੋਂ ਆ ਕੇ ਇੱਕ ਗੁਲਦਸਤੇ ਦੀ ਤਰ੍ਹਾਂ ਵੱਖਰੇ ਫੁੱਲਾਂ ਵਾਂਗ ਅਸੀਂ ਇੱਥੇ ਰਹਿ ਰਹੇ ਹਾਂ ਔਰ ਇੱਕ ਦੂਜੇ ਦੇ ਵਿੱਚ ਸਾਡਾ ਜਿਹੜਾ ਪਿਆਰ ਹੈ ਉਹ ਬੜਾ ਜਿਹੜਾ ਹੈ ਉਹ ਨਜਿੱਠ ਇੱਕ ਨਾ ਟੁੱਟਣ ਵਾਲਾ ਪਿਆਰ ਹੈ। ਔਰ ਇਸ ਤਰ੍ਹਾਂ ਦੇ ਪਿਆਰ ਦੇ ਵਿੱਚ ਕਈ ਵਾਰੀ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਨਸਲੀ ਹਿੰਸਾ ਜਾਂ ਅਜਿਹੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ। ਪਰ ਅੱਜ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਰਹੇਗਾ ਕੈਨੇਡਾ ਡੇ ਨੂੰ ਸਮਰਪਿਤ, ਇਸ ਲਈ ਮੈਂ ਕਹਿ ਰਿਹਾ ਕਿ ਕੁਝ ਅਸੀਂ ਅੱਜ ਕੈਨੇਡਾ ਦੀ ਹਿਸਟਰੀ ਔਰ ਕੈਨੇਡਾ ਦਾ ਮੁਹਾਂਦਰਾ ਅੱਜ ਤੋਂ ਪਹਿਲਾਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਕੈਨੇਡਾ ਜਦੋਂ ਇੰਡੀਪੈਂਡੈਂਟ ਹੋਇਆ ਜਾਂ ਇਹਨੂੰ ਸੁਤੰਤਰਤਾ ਮਿਲੀ ਹੈ ਉਦੋਂ ਤੋਂ ਲੈ ਕੇ ਅੱਜ ਦੇ ਤੱਕ ਇਹਦਾ ਮੂੰਹ ਮੁਹਾਂਦਰਾ ਕਿਸ ਤਰ੍ਹਾਂ ਦਾ ਰਿਹਾ ਉਹਦੇ ਬਾਰੇ ਚਰਚਾ ਕਰਾਂਗੇ। ਔਰ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਨ ਦੇ ਲਈ ਉਚੇਚੇ ਤੌਰ 'ਤੇ ਪਹੁੰਚੇ ਨੇ ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ ਬਾਰੇ ਮੈਂ ਥੋੜ੍ਹਾ ਜਿਹਾ ਹੋਰ ਦੱਸ ਦੇਵਾਂ ਕਿ ਇਹ ਕਿੱਤੇ ਵਜੋਂ ਇੱਕ ਲਾਇਰ ਨੇ ਔਰ ਪਿਛਲੇ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਚੋਣ ਲੜੀ ਆ ਔਰ ਯਾਰਕ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਲੰਡਨ ਯੂਨੀਵਰਸਿਟੀ ਤੋਂ ਇਹਨਾਂ ਨੇ ਲਾਅ ਕਰਕੇ ਔਰ ਅੱਜ ਕੱਲ੍ਹ ਬੜੇ ਉੱਚੇ ਸੁੱਚੇ ਲੈਵਲ 'ਤੇ ਪ੍ਰੈਕਟਿਸ ਵੀ ਕਰ ਰਹੇ ਆ। ਔਰ ਨਾਲ ਦੀ ਨਾਲ ਇੱਕ ਮੈਂ ਇਹਨਾਂ ਬਾਰੇ ਦੱਸਦਾ ਜਾਵਾਂ ਕਿ ਇੱਕ ਸੋਸ਼ਲ ਐਕਟਿਵਿਸਟ ਦੇ ਤੌਰ 'ਤੇ ਵੀ ਇਹ ਅੱਜ ਕੱਲ੍ਹ ਜਿਹੜਾ ਕਮਿਊਨਿਟੀ ਦੇ ਵਿੱਚ ਛਾਏ ਹੋਏ ਆ। ਸੋ ਆਓ ਸਵਾਗਤ ਕਰਦੇ ਹਾਂ ਨਿੱਕੀ ਕੌਰ ਜੀ, ਮਤਲਬ ਗੁਰਦੀਪ ਕੌਰ ਜੀ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਔਨ ਦ ਸ਼ੋ ਟੁਡੇ। ਅੱਜ ਬੜਾ ਵਧੀਆ ਦਿਨ ਹੈ, ਐਜ਼ ਯੂ ਸੈਡ ਇਟਸ ਕੈਨੇਡਾ ਡੇ ਫॉर ਅਸ, ਸੋ ਜੁਲਾਈ 1st, so it's a huge it's a day of happiness and joy for us। ਵੀ ਅੱਜ ਸਾਰੇ ਆਪਾਂ ਰਲ ਮਿਲ ਕੇ ਏਡਾ ਵੱਡਾ ਡੇ ਇੱਥੇ ਸੈਲੀਬ੍ਰੇਟ ਕਰ ਸਕਦੇ ਜੀ। ਸੋ ਗੁਰਦੀਪ ਕੌਰ ਜੀ, ਜਿਵੇਂ ਤੁਸੀਂ ਇੱਥੋਂ ਦੇ ਜੰਮੇ ਪੜ੍ਹੇ ਲਿਖੇ ਹੋ, ਬੋਰਨ ਹੋਏ ਹੋ, ਬਰੌਡ ਅਪ ਹੋਏ ਹੋ, ਤੁਹਾਨੂੰ ਪਤਾ ਇੱਥੋਂ ਦੇ ਸਿਸਟਮ ਦਾ ਔਰ ਜਦੋਂ ਤੋਂ ਤੁਸੀਂ ਮਤਲਬ ਦੇਖ ਰਹੇ ਹੋ ਕੰਟਰੀ ਨੂੰ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਲੇਕਿਨ ਮੈਂ ਜਾਣਨਾ ਚਾਹਣਾ ਕਿ ਤੁਸੀਂ ਹੁਣ ਇੱਕ ਪੇਸ਼ੇ ਵਜੋਂ ਇੱਕ ਵਕੀਲ, ਇੱਕ ਲਾਇਰ ਦੇ ਤੌਰ 'ਤੇ ਪ੍ਰੈਕਟਿਸ ਵੀ ਕਰ ਰਹੇ ਹੋ। ਬਹੁਤ ਸਾਰਾ ਤੁਸੀਂ ਉਤਰਾ ਚੜ੍ਹਾਅ ਹੁੰਦੇ ਦੇਖਿਆ, ਬਹੁਤ ਸਾਰੇ ਇਮੀਗ੍ਰੈਂਟ ਸਟੂਡੈਂਟਸ ਇੱਥੇ ਆਉਂਦੇ ਦੇਖੇ ਨੇ। ਸਿਰਫ 2 ਮਿੰਟ ਲਈ ਮੈਂ ਜਾਣਨਾ ਚਾਹਣਾ ਕਿਸ ਤਰ੍ਹਾਂ ਦਾ, ਜਦੋਂ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਕਿੰਨਾ ਕੁ ਬਦਲਾਅ ਜਿਹੜਾ ਕੈਨੇਡਾ ਦੇ ਵਿੱਚ ਆਇਆ? ਹਾਂਜੀ, ਐਬਸੋਲੂਟਲੀ ਰਮਨ ਜੀ, ਇਟਸ ਅ ਗ੍ਰੇਟ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਵਾ। From the last 30 years, I can say ਇੱਥੇ ਬਹੁਤ ਹੀ ਚੇਂਜ ਆਈ। ਫਰਸਟ ਆਫ ਆਲ ਜਿਹੜੀ ਆਪਣੀ ਕੰਟਰੀ ਆ ਇਹਨੇ ਗਰੋਥ ਬਹੁਤ ਕੀਤੀ ਆ, ਇਹਨੇ ਕਰ ਰਹੀ ਆ ਐਂਡ ਮੈਨੂੰ ਪੂਰੀ ਉਮੀਦ ਆ ਵੀ ਅੱਜ at this time, I think ਜਿਹੜਾ last census ਹੋਇਆ ਸੀ, our population was 37.8 million, and I think in the next 20 years ਆਪਾਂ ਵਧਾਂਗੇ because ਆਪਣੇ ਕੋਲ ਲੈਂਡ ਬਹੁਤ ਆ but ਆਪਣੀ ਡਿਵੈਲਪਮੈਂਟ ਥੋੜੀ ਜਿਹੀ ਸਲੋ ਹੋ ਰਹੀ ਆ, but nonetheless ਹੋ ਰਹੀ ਹੈ ਇਸ ਟਾਈਮ। ਐਂਡ ਵੈਨ ਆਈ ਵਾਜ਼ ਅ ਕਿਡ, ਜਦੋਂ ਅਸੀਂ ਇੱਥੇ ਗਰੋ ਅਪ ਹੋਏ ਸੀ, ਮਾਈ ਫੈਮਿਲੀ ਲਿਵਸ ਔਨ ਚਿੰਕੂਜ਼ੀ ਐਂਡ ਕੁਈਨ, ਐਂਡ ਮੈਂ ਆਪਣੇ ਡੈਡ ਨਾਲ ਕੱਲ੍ਹ ਹੀ ਗੱਲ ਕਰ ਰਹੀ ਸੀ ਵੀ ਜਿਹੜੀ ਚਿੰਕੂਜ਼ੀ ਰੋਡ 'ਚ ਉਹ 1 ਲੇਨ ਹੁੰਦੀ ਸੀ ਐਂਡ ਹੁਣ ਉਹ 5 ਲੇਨਸ ਹੋ ਗਈਆਂ। ਸੋ ਦਿਸ ਸ਼ੋਜ਼ ਵੀ ਆਪਣੀ ਕਿੱਡੀ ਗਰੋਥ ਹੋ ਰਹੀ ਆ ਈਵਨ ਇਨ ਦ ਲਾਸਟ 10 years। ਐਂਡ ਜਦੋਂ ਦੇ ਜਿਹੜੀ ਪਹਿਲੀ ਜਨਰੇਸ਼ਨ ਇੱਥੇ ਆਈ ਸੀ, ਮੇਰੇ ਡੈਡ ਦੀ ਜਨਰੇਸ਼ਨ ਲਾ ਲਓ, ਉਹਨਾਂ ਨੇ ਬੜਾ ਹਾਰਡ ਵਰਕ ਕੀਤਾ, ਬਹੁਤ ਜ਼ਿਆਦਾ ਹਾਰਡ ਵਰਕ ਕੀਤਾ। ਐਂਡ ਸਮ ਆਫ them they didn't even speak the language, they didn't have the educational background, ਐਂਡ ਉਹਨਾਂ ਨੇ ਬੇਸਿਕ ਜੌਬਸ ਕਰਕੇ ਮੇਰੇ ਵਰਗੇ ਯੂਥ ਦੇ ਵਾਸਤੇ ਓਪਰਚੁਨਿਟੀਜ਼ ਕ੍ਰੀਏਟ ਕੀਤੀਆਂ। ਐਂਡ ਆਈ ਐਮ ਥੈਂਕਫੁਲ ਬਿਕਾਜ਼ ਇਹ ਸਾਰੀ ਇਮੀਗ੍ਰੇਟ ਫੈਮਲੀਜ਼ ਦੀ ਇਹੀ ਸਟੋਰੀ ਆ। ਲੈਟ ਇਟ ਬੀ ਆਪਣਾ ਕਲਚਰ ਔਰ ਹੋਰ ਸਾਰੀ ਕਮਿਊਨਿਟੀਜ਼ ਜੇ ਆਪਾਂ ਦੇਖੀਏ, ਚਾਈਨੀਜ਼ ਕਮਿਊਨਿਟੀਜ਼, ਇਟਾਲੀਅਨਸ, ਪੋਲਿਸ਼, ਪੋਰਚੁਗੀਜ਼, ਦ ਬਲੈਕ ਕਮਿਊਨਿਟੀ, ਸਾਰੇ ਹੀ ਇੱਕ ਹੀ ਗੱਲ ਹੈਗੀ ਆ ਵੀ ਸਾਰਿਆਂ ਦੇ ਜਿਹੜੇ ਪਹਿਲੇ ਇੱਥੇ ਆਏ ਨੇ ਉਹਨਾਂ ਨੇ ਬੜਾ ਹਾਰਡ ਵਰਕ ਇੰਡੋਰ ਕੀਤਾ ਆਪਣੇ ਵਾਸਤੇ। ਜੀ ਹਾਂਜੀ। ਸੋ ਇੱਕ ਹੋਰ, ਜਦੋਂ ਆਪਾਂ ਹੁਣ ਥੋੜ੍ਹਾ ਜਿਹਾ ਪਿੱਛੇ ਝਾਤ ਮਾਰੀਏ ਤਾਂ ਜਦੋਂ ਕੈਨੇਡਾ ਦੇ ਵਿੱਚ ਜਿਹੜੀ ਜਿਵੇਂ ਆਪਾਂ ਜਿਨ੍ਹਾਂ ਨੂੰ ਆਪਾਂ ਇੱਥੋਂ ਦੇ ਵਸਨੀਕ ਕਹਿ ਸਕਦੇ ਹਾਂ, ਜਿਹੜੇ ਇੱਥੋਂ ਦੇ ਜਿਨ੍ਹਾਂ ਨੂੰ ਅਸੀਂ ਰੈੱਡ ਇੰਡੀਅਨਸ ਵੀ ਕਹਿੰਦੇ ਆ, ਹਾਂਜੀ, ਐਬੋਰੀਜਨਲਸ ਜੀ, ਤਾਂ ਉਹਨਾਂ ਤਾਂ ਕਹਿੰਦੇ ਨੇ ਕਿ ਵੀ ਉਹਨਾਂ ਦੀ ਧਰਤੀ ਹੁੰਦੀ ਸੀ, ਉਹਨਾਂ ਦਾ ਸਾਰਾ ਕੁਛ ਇੱਥੇ ਹੁੰਦਾ ਸੀਗਾ।
ਸੰਖੇਪ ਦੇ ਵਿੱਚ ਜੇ ਜਾਣਨਾ ਚਾਹੀਏ ਤਾਂ ਆਪਾਂ ਇੱਥੋਂ ਦੀ ਹਿਸਟਰੀ ਜਾਂ ਇੱਥੋਂ ਦੀ ਇਤਿਹਾਸ ਬਾਰੇ ਮੈਂ ਜਾਣਨਾ ਚਾਹਣਾ ਕਿ ਉਹਦੇ ਬਾਰੇ ਜ਼ਰੂਰ ਜ਼ਿਕਰ ਕਰੀਏ। ਹਾਂਜੀ, absolutely. So it's a really good question. First of all, ਆਪਣੇ ਬਰੈਂਪਟਨ ਦੇ ਵਿੱਚ ਹੀ there is about 7,000 First Nations. So 7,000 ਦੀ ਗਿਣਤੀ ਦੇ ਵਿੱਚ ਬਰੈਂਪਟਨ ਦੇ ਵਿੱਚ 7,000 First Nations ਇੱਥੇ ਵੀ ਰਹਿ ਰਹੇ ਆ, ਮਿਸਿਸਾਗਾ ਦੇ ਵਿੱਚ ਬਹੁਤ ਆ। ਪਰ ਜੇ ਆਪਾਂ ਪਹਿਲਾ ਹਿਸਟਰੀ ਦੇਖੀਏ around 13,500 years ago ਉਹ ਪਹਿਲੇ ਇੱਥੇ ਸੀਗੇ। and ਜੇ ਆਪਾਂ ਅੱਜ ਦੀ ਵਿੰਟਰ ਲਾਉਂਦੇ ਆ, it's so cold. It's so cold for us, but ਆਪਣੇ ਕੋ ਕੱਪੜੇ ਗਰਮ ਹੁੰਦੇ ਆ, ਹੀਟ ਹੁੰਦੀ ਆ, ਬੜੀ different ਆਪਣੇ ਕੋ sources ਹੈਗੀਆਂ ਜਿਨ੍ਹਾਂ ਨਾਲ ਆਪਾਂ ਵਾਰਮ ਰਹਿ ਸਕਦੇ ਤੇ ਸਸਟੇਨ ਕਰ ਸਕਦੇ ਆ। and ਉਸ ਟਾਈਮ ਇਹ ਕੋਈ ਚੀਜ਼ਾਂ ਨਹੀਂ ਹੈਗੀਆਂ ਸੀ। and ਇਹ ਜਿਹੜੀ ਕਮਿਊਨਿਟੀ ਆ ਦਾ ਐਬੋਰੀਜਨਲਸ, ਦਾ ਫਰਸਟ ਨੇਸ਼ਨਸ, ਇਹਨਾਂ ਨੇ ਸਾਰਾ ਕੁਝ ਆਪਣੇ ਸ਼ੂਜ਼, ਕੋਟਸ, ਕਲੋਥਸ, ਫੂਡ ਆਪਣੇ ਜਿਹੜੇ ਵੇ ਨਾਲ ਇਹਨਾਂ ਨੇ ਰਹਿਣਾ ਸੀ ਆਪ ਹੀ ਇਹਨਾਂ ਨੇ ਕ੍ਰਾਫਟ ਕੀਤਾ। ਸੋ ਆਈ ਥਿੰਕ ਵੀ ਇਹ ਪਹਿਲੇ ਸੈਟਲਰਸ ਆ ਜਿਨ੍ਹਾਂ ਨੇ ਐਕਚੁਅਲੀ ਵਰਲਡ ਦੇ ਵਿੱਚ ਆਪਣੇ ਸਾਰਿਆਂ ਦੇ ਵਾਸਤੇ ਨਾ ਇੱਕ ਵੇ ਬਣਾਇਆ ਵਾ, ਸਪੈਸ਼ਲੀ ਕੈਨੇਡਾ ਦੇ ਵਿੱਚ, ਬਿਕਾਜ਼ ਕੈਨੇਡਾ ਬੜੀ ਵੱਡੀ ਆ, ਬਹੁਤ ਜ਼ਿਆਦਾ ਵੈਸਟ ਆ। ਐਂਡ ਉਹਨਾਂ ਨੇ ਪਰਟੀਕੂਲਰਲੀ BC ਦੇ ਵਿੱਚ, ਨੋਵਾ ਸਕੋਸ਼ੀਆ, ਅਲਬਰਟਾ ਦੇ ਵਿੱਚ, ਕਿਉਂਕਿ ਉਹ ਏਰੀਆਜ਼ ਦੇ ਵਿੱਚ ਵਾਟਰ ਬਹੁਤ ਆ। ਐਂਡ ਇਹ ਕਮਿਊਨਿਟੀ ਫਿਸ਼ਿੰਗ ਬਹੁਤ ਕਰਦੀ ਸੀ, ਇਹਨਾਂ ਨੂੰ ਫਿਸ਼ਿੰਗ ਇਜ਼ ਵਨ ਆਫ ਦੇਅਰ ਥਿੰਗਸ, ਇਟਸ ਅ ਹਿਊਜ ਥਿੰਗ ਫॉर them। ਐਂਡ ontario ਦੇ ਵਿੱਚ ਵੀ ਕਾਫੀ ਹੈਗੇ ਆ। ਐਂਡ originally some of them also called them the Vikings. ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖੀਏ ਆਪਣੀ ਜਿਹੜੀ ਸਿਟੀ ਆਫ ਬਰੈਂਪਟਨ ਆ, ਇਹ ਵੀ ਬੜਾ ਕੁਛ ਕਰ ਰਹੀ ਹੈ ਵੀ ਜਿਹੜਾ ਇਹ ਗਰੁੱਪ ਆ ਨਾ, ਐਂਡ ਇਹਨਾਂ ਨੂੰ ਭੁੱਲਿਆ ਨਾ ਜਾਵੇ। ਇਹਨਾਂ ਦੇ ਜੋ ਰਾਈਟਸ ਆ, ਜੋ ਵੀ ਇਹਨਾਂ ਦੇ ਪ੍ਰੋਮਿਸਿਸ ਆ, ਜੋ ਇਹ ਕਹਿੰਦੇ ਆ ਵੀ ਸਾਡੀ ਹਿਸਟਰੀ ਨੂੰ ਆਨਰ ਕਰੋ, ਆਪਾਂ ਕਰੀਏ। June 21 ਆਪਣਾ ਐਬੋਰੀਜਨਲ ਡੇ ਸੀ, ਐਂਡ ਜਿਹੜਾ ਸਿਟੀ ਹਾਲ ਆ, ਆਪਾਂ 2 ਦਿਨ ਵੀਕਐਂਡ ਦੇ ਵਾਸਤੇ ਐਜ਼ ਅ courtesy, ਐਜ਼ ਅ gesture of our kindness, ਆਪਾਂ 2 ਦਿਨ ਉਹਨਾਂ ਦੇ ਫਲੈਗ ਨੂੰ ਅਪ ਰੱਖਿਆ। ਐਂਡ ਇਹ ਬਹੁਤ ਜ਼ਰੂਰੀ ਆ ਇੱਕ ਏਡੇ ਵੱਡੇ ਗਰੁੱਪ ਨੂੰ ਜਿਨ੍ਹਾਂ ਨੇ ਰਾਸਤੇ ਬਣਾਏ ਆ, ਟੂ ਗਿਵ them at least something। ਜੀ, ਸੋ ਇਹ ਇਸ ਤਰ੍ਹਾਂ ਦੇ ਜਿਹੜੇ ਲੋਕ ਸੀ, ਜਾਂ ਆਪਾਂ ਹੁਣ ਕੈਨੇਡਾ ਦੀ ਥੋੜ੍ਹੀ ਜਿਹੀ ਵਿੱਚ ਹੋਰ ਹਿਸਟਰੀ ਜਾਣਨੀ ਚਾਹੀਏ, ਜਦੋਂ ਤੁਸੀਂ 1867 ਦੀ ਗੱਲ ਕਰਦੇ ਆ, ਕਨਫੈਡਰੇਸ਼ਨ ਦੀ ਗੱਲ ਕਰਦੇ ਆ, ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਪੋਲਿਟਿਕਸ ਦੇ ਵਿੱਚ ਜਿਹੜਾ ਬਦਲਾਅ ਆਇਆ, ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰੀਏ ਵੀ ਅਸਲ ਦੇ ਵਿੱਚ ਅੱਜ ਜਿਹੜੇ ਸਾਡੇ ਹੁਣ ਖਾਸ ਕਰਕੇ ਆਪਾਂ ਜਿਹੜੇ ਇਮੀਗ੍ਰੈਂਟਸ, ਕਿਉਂਕਿ ਤੁਹਾਡੇ ਫਾਦਰ ਸਾਹਿਬ ਹੋਰੇ ਸਾਰੇ ਇਮੀਗ੍ਰੈਂਟਸ ਦੇ ਤੌਰ 'ਤੇ ਇੱਥੇ ਆਏ ਸੀ, ਤਾਂ ਕੁਛ ਲੋਕ ਚਾਹੇ ਉਹ ਗਲਤ ਚੈਨਲ ਦੇ ਨਾਲ ਆਏ, ਸਹੀ ਚੈਨਲ ਨਾਲ, ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਪਹੁੰਚੇ। ਔਰ ਸਾਡੀ ਬਹੁਤ ਸਾਰੀ ਵੱਡੀ ਕਮਿਊਨਿਟੀ ਜਿਹੜੀ ਅੱਜ ਕੱਲ੍ਹ ਜਿਹੜੀ ਆ ਪੋਲਿਟਿਕਸ ਦੇ ਵਿੱਚ ਵੀ ਹੈ, ਔਰ ਸਾਡੇ MPPs, ਕਾਉਂਸਲਰਸ, ਕਾਫੀ ਚੀਜ਼ਾਂ, ਮਤਲਬ ਕਹਿਣ ਦਾ ਭਾਵ ਇਹ ਹੈ ਕਿ ਅਸੀਂ, ਮੈਂ ਪੰਜਾਬੀ ਦੀ ਗੱਲ ਕਰਾਂ ਜਾਂ ਪੰਜਾਬੀਅਤ ਦੀ ਗੱਲ ਕਰਾਂ, ਅਸੀਂ ਸਾਡੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ। ਪੋਲਿਟਿਕਸ ਦੇ ਵਿੱਚ ਕਿੰਨਾ ਕੁ ਬਦਲਾਅ ਆਇਆ ਜਦੋਂ ਕਨਫੈਡਰੇਸ਼ਨ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਪੋਲਿਟਿਕਸ ਦਾ ਜਿਹੜਾ ਗ੍ਰਾਫ ਹੈ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? First of all, from 1867 to today, Canada आज 153 years old होगी, and आज मैं जो देखती हूँ, we're such an open nation, we're accepting of all cultures, all religions, and जब आप pandemic ਦਾ ਹੀ ਦੇਖੀਏ, ਆਪਾਂ ਇਹ ਆਪਣੇ ਤੇ ਮਾਰਚ ਦੇ ਵਿੱਚ ਆਪਾਂ ਇਹ ਦੇਖਿਆ ਵੀ ਇਹ ਚੀਜ਼ ਵੱਧ ਰਹੀ ਹੈ ਇੱਥੇ ਆਪਣੇ ਕੈਨੇਡਾ, ontario, I'm just going to generally start off with, and ਆਪਾਂ federal government, municipal government ਤੇ provincial government, ਇਹ ਤਿੰਨੇ governments ਨੇ ਇਕੱਠੇ ਹੋ ਕੇ ਡੇ ਇਨ ਐਂਡ ਡੇ ਆਊਟ ਇਹ ਕੰਮ ਕਰ ਰਹੇ ਆ ਵੀ ਜਿਹੜੀ ਸਾਡੀ ਇੱਥੇ ਪਾਪੂਲੇਸ਼ਨ ਹੈਗੀ ਆ, ਜਿਹੜੇ ਸਾਡੇ ਸਿਟੀਜ਼ਨਸ ਆ, ਸਟੂਡੈਂਟਸ ਆ, ਐਨੀਵਨ ਦੈਟ ਇਜ਼ ਹੇਅਰ ਐਟ ਦਿਸ ਟਾਈਮ ਇਨ ਦ ਕੰਟਰੀ, ਆਪਾਂ ਉਹਨਾਂ ਦਾ ਖਿਆਲ ਰੱਖੀਏ ਬਾਈ ਫੂਡ, ਬਾਈ ਇੰਪਲੋਇਮੈਂਟ, ਬਾਈ ਪੇਇੰਗ ਫॉर देयर ਬੇਸਿਕ ਨੀਡਸ। ਐਂਡ ਤੁਸੀਂ ਬੈਂਕਾਂ ਹੀ ਲਾ ਲਓ, ਉਹਨਾਂ ਨੇ ਮੋਰਗੇਜ ਡਿਫਰਲ ਪੇਮੈਂਟਸ ਲਾਤੀਆਂ। ਇਹ ਤਾਂ ਹੋ ਰਿਹਾ ਕਿਉਂਕਿ ਜਿਹੜੀ ਅੱਜ ਦੀ ਪੋਲੀਟੀਕਲ ਗੇਮ ਹੈਗੀ ਹੈ ਇੱਥੇ, ਸਾਰੇ ਪੋਲੀਟੀਸ਼ੀਅਨਸ ਉਹ ਇੱਕ ਦੂਜੇ ਨਾਲ ਕੰਮ ਕਰ ਰਹੇ ਆ। ਬਿਕਾਜ਼ ਜੇ ਆਪਾਂ ਫੈਡਰਲ ਪਾਰਟੀ ਦੇਖੀਏ ਉਹ ਲਿਬਰਲਸ ਆ, ਜੇ ਆਪਾਂ ਕੰਜ਼ਰਵੇਟਿਵ ਪਾਰਟੀ ਦੇਖੀਏ ਉਹ ਆਪਣੀ ਪ੍ਰੋਵਿੰਸ਼ੀਅਲ ਪਾਰਟੀ ਹੈਗੀ ਆ, ਐਂਡ ਮਿਊਨਿਸਪਲ ਇਜ਼ ਸਮਨ ਦੈਟ ਵਰਕਸ ਵਿਦ ਆਲ ਆਫ them, ਸਾਰੇ ਇੱਕ ਦੂਜੇ ਨਾਲ ਇਕੱਠਾ ਕੰਮ ਕਰਕੇ ਉਹ ਰੀਅਲਾਈਜ਼ ਕਰ ਰਹੇ ਆ ਵੀ ਰਾਈਟ ਨਾਓ ਪੀਪਲ ਆਰ ਦ ਮੇਨ ਥਿੰਗ, ਐਂਡ ਵੀ ਨੀਡ ਟੂ ਹੈਲਪ them out, ਐਂਡ ਵੀ ਨੀਡ ਟੂ ਮੇਕ ਸ਼ੋਰ ਵੀ ਆਪਾਂ ਸਿਟੀਜ਼ਨਸ ਨੂੰ ਸਸਟੇਨ ਕਰੀਏ ਤੇ ਉਹਨਾਂ ਦੀ ਹੈਲਪ ਕਰੀਏ ਇਹ ਪੈਂਡੈਮਿਕ ਦੇ ਥਰੂ ਉਹਨਾਂ ਨੂੰ ਕੱਢੀਏ। and from 1867 ਤੁਸੀਂ ਕਹਿ ਰਹੇ ਆ obviously till today 153 years, ਇਹ ਬਹੁਤ ਜ਼ਿਆਦਾ growth ਹੋਈ ਆ। if I can talk to you about my personal experience, ਮੈਨੂੰ ਨਹੀਂ ਪਤਾ ਵੀ ਕਿੰਨੇ ਲੈਂਡਸ ਦੇ ਵਿੱਚ ਇੱਕ a daughter of an immigrant family who is obviously Indian from a Sikh family is able to run in the Conservative Party as a candidate, ਇਹ ਬਹੁਤ ਵੱਡੀ ਗੱਲ ਆ। ਐਂਡ ਉਹ ਵੀ ਸਪੋਰਟ ਮਿਲਣੀ ਸਾਰੇ ਵੇਜ਼ ਤੋਂ। ਸੋ ਇੱਕ ਇਹ ਆ ਵੀ ਇਹ ਆਪਣੇ ਵਾਸਤੇ ਨਾ ਇੱਕ ਗਰਾਊਂਡ ਬਣ ਚੁੱਕਿਆ। ਐਂਡ ਆਲਸੋ ਇਫ ਯੂ ਲੁੱਕ ਇਨ ਦ 90s, ਇੱਥੇ I think we had Mr. Mali was elected. Also if you look at BC, there were so many people of different communities ਜਿਨ੍ਹਾਂ ਨੂੰ ਮੌਕਾ ਮਿਲਿਆ। ਐਂਡ ਇਹ ਨਾ ਆਪਣੀ ਕੰਟਰੀ ਦਾ ਸ਼ੋਅ ਕਰਦਾ ਵੀ ਆਪਾਂ ਸਾਰਿਆਂ ਨੂੰ
ਚਾਂਸ ਦੇਣਾ ਚਾਹੁੰਦੇ ਹਾਂ, ਸਾਰਿਆਂ ਨੂੰ ਗਰੋ ਕਰਨਾ ਚਾਹੁੰਦੇ ਵੀ ਸਾਰੇ ਇੱਥੇ ਇਕੱਠੇ ਰਲ ਮਿਲ ਕੇ ਗਰੋ ਹੋਣ ਇਨ ਦਿਸ ਕੰਟਰੀ ਐਜ਼ ਵੀ ਆਰ ਟੁਗੇਦਰ। ਐਂਡ ਇਹੀ ਆਪਣੀ ਨਾ ਇੱਕ ਖਾਸੀਅਤ ਆ ਵੀ ਆਪਾਂ ਸਾਰੇ ਰਲ ਮਿਲ ਕੇ ਗਰੋ ਹੋਈਏ ਸੋ ਵੀ ਕੈਨ ਆਲ ਟੁਗੇਦਰ ਮੂਵ ਫੋਰਵਰਡ ਇਨ ਅ ਕਲੈਕਟਿਵ ਐਂਡ ਪ੍ਰੋਸਪਰ ਮੈਨਰ ਆਈ ਥਿੰਕ। ਸੋ ਮਲਟੀਕਲਚਰਿਜ਼ਮ ਦਾ ਜਿਹੜਾ ਰੁਝਾਨ ਹੈ ਪੂਰੇ ਕੈਨੇਡਾ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸਭ ਤੋਂ ਵੱਡਾ ਜਿਹੜਾ ਕਲਚਰ ਹੈ ਜਾਂ ਮਲਟੀਕਲਚਰਿਜ਼ਮ ਹੈ ਉਹ ਜਿਹੜਾ ਕੈਨੇਡਾ ਦੇ ਵਿੱਚ ਪਾਇਆ ਜਾਂਦਾ। ਔਰ ਜਿੰਨੇ ਵੀ ਤੁਸੀਂ ਸ਼ਾਇਦ ਇੱਥੋਂ ਦੇ ਬੋਰਨ ਆ ਤੁਹਾਨੂੰ ਨਹੀਂ ਪਤਾ, ਲੇਕਿਨ ਅਸੀਂ ਸਾਰੇ ਪੰਜਾਬ ਤੋਂ ਆਏ ਹਾਂ ਜਾਂ ਭਾਰਤ ਤੋਂ ਆਏ ਹਾਂ, ਤਾਂ ਉੱਥੇ ਪਿੱਛੇ ਜਿਹੜੇ ਸਾਡੇ ਬੈਠੇ ਨੇ ਉਹਨਾਂ ਦੀ ਇੱਕ ਸਭ ਤੋਂ ਵੱਡੀ ਚੁਆਇਸ ਜਾਂ ਖੁਸ਼ੀ ਹੁੰਦੀ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਸੈਟਲ ਡਾਊਨ ਹੋਈਏ। ਤਾਂ ਉਹ ਜਿਹੜੀ ਮਲਟੀਕਲਚਰਿਜ਼ਮ ਹੈ ਇੱਥੋਂ ਦਾ ਹੈ ਨਾ, ਜਾਂ ਤੁਸੀਂ ਵੀ ਦੇਖਦੇ ਹੋ ਜਦੋਂ ਤੁਹਾਡੇ ਫਾਦਰ ਸਾਹਿਬ ਹੁਣੇ ਆਏ ਸੀ ਜਾਂ ਪੁਰਾਣੀਆਂ ਗੱਲਾਂ ਕਰੀਏ ਉਦੋਂ ਕਹਿੰਦੇ ਵੀ ਸ਼ਾਇਦ ਇਹ ਨਸਲੀ ਹਿੰਸਾ ਵੀ ਹੁੰਦੀ ਰਹੀ ਹੈ, ਥੋੜ੍ਹਾ ਰੇਸਿਜ਼ਮ ਦਾ ਵੀ ਦੌਰ ਹੁੰਦਾ ਸੀ। ਲੇਕਿਨ ਅੱਜ ਦੇ ਜੇ ਸਿਸਟਮ 'ਚ ਗੱਲ ਕਰੀਏ ਮਾਈਨਰ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ, ਕਿਤੇ ਨਾ ਇਹ ਨਹੀਂ ਗੱਲ ਕਿ ਖਤਮ ਹੋ ਗਿਆ ਪਰ ਕਿਤੇ ਨਾ ਕਿਤੇ ਹੈ। ਪਰ ਜੇ ਆਪਾਂ ਚਾਈਨੀਜ਼ ਲੋਕਾਂ ਦੀ ਗੱਲ ਕਰੀਏ ਜਿਹਨਾਂ ਆਪਾਂ ਰੇਲ ਦੇ ਨਾਲ ਜੋੜ ਕੇ ਦੇਖਦੇ ਹਾਂ, ਉਹਨਾਂ ਦੀ ਰੇਲ ਲਾਈਨ ਦੀ ਜਿਹੜੀ ਆ ਹੁਣ ਤੱਕ ਦੀ ਸਭ ਤੋਂ ਵੱਡੀ ਜਿਹੜੀ ਸੇਵਾ ਨਿਭਾਈ ਹੈ। ਫਿਰ ਕਾਮਾਗਾਟਾਮਾਰੂ ਜਹਾਜ਼ ਦੀ ਗੱਲ ਕਰਦੇ ਹਾਂ, ਆਪਣੀ ਕਮਿਊਨਿਟੀ ਜਿਹੜੀ ਵੈਨਕੂਵਰ ਦੇ ਵਿੱਚ, ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਓ। ਹਾਂਜੀ, ਆਪਣੀ ਕੈਨੇਡੀਅਨ ਪੈਸੀਫਿਕ ਰੇਲਵੇ ਆਪਣਾ ਫਰਸਟ ਰੇਲਵੇ ਸੀਗਾ। ਪਹਿਲਾਂ ਨਾ ਕੋਈ ਪਲੇਨਸ ਨਹੀਂ ਇੰਨਾ ਚੱਲਦੇ ਸੀ ਬਿਕਾਜ਼ ਕੈਨੇਡਾ ਦੀ ਲੈਂਡ ਬੜੀ ਵੱਡੀ ਆ, ਸੋ ਅੰਡਰਗਰਾਊਂਡ ਟਨਲ ਰੇਲਵੇ ਦੇ ਨਾਲ ਸਾਰਾ ਕੁਝ ਹੀ ਚੱਲਦਾ ਸੀ। ਐਂਡ 15,000 ਚਾਈਨੀਜ਼ ਇਮੀਗ੍ਰੈਂਟਸ ਨੇ ਉਸ ਟਾਈਮ ਬੜੀ ਔਖੀ ਕੰਡੀਸ਼ਨਸ ਦੇ ਵਿੱਚ ਕੰਮ ਕਰਕੇ, ਪੇ ਵੀ ਬੜੀ ਟਫ ਹੁੰਦੀ ਸੀ, ਆਈ ਥਿੰਕ ਲੈਂਗੁਏਜ ਵੀ ਬੈਰੀਅਰ ਬੜੇ ਹੁੰਦੇ ਸੀ। they established the Canadian Railway. So ਅੱਜ ਆਪਾਂ ਉਹਨਾਂ ਦਾ ਸ਼ੁਕਰ ਕਰਨਾ ਚਾਹੀਦਾ ਵੀ we have this because of that. And ਇਹ 1886 ਦੇ ਵਿੱਚ I think ਇਹਦੀ first passenger ਨੇ ਰਾਈਡ ਲਈ ਸੀ। So ਜਿਹੜਾ when we call Canada home, ਇਹਦੀ ਬਿਗੇਸਟ ਐਸੈਟ ਇਨ ਮਾਈ ਮਾਈਂਡ ਇਜ਼ ਇਮੀਗ੍ਰੇਸ਼ਨ। ਜਿੰਨਾ ਇਹ ਅਲਾਉ ਕਰਦੀ ਹੈ, ਜੇ ਆਪਾਂ ਹਿਸਟਰੀ ਤੁਸੀਂ ਕਾਮਾਗਾਟਾਮਾਰੂ ਦੀ ਗੱਲ ਕੀਤੀ ਆ, that was the first ship of different communities from India ਜਿਹੜੇ ਇੱਥੇ ਆਏ ਸੀਗੇ। ਐਂਡ ਅੱਜ ਆਪਾਂ ਆਪਣੀ ਕਮਿਊਨਿਟੀ ਵੀ ਦੇਖ ਲਈਏ, when I was growing up ਮਾਲਟਨ ਦੇ ਵਿੱਚ ਇੱਕ ਇੰਡੀਅਨ ਸਟੋਰ ਹੁੰਦਾ ਸੀ ਜਿੱਥੇ ਸਾਰੀ ਫੈਮਲੀਜ਼ ਲਾਈਨ ਅਪ ਕਰਦੀਆਂ ਹੁੰਦੀਆਂ ਸੀ ਗਰੋਸਰੀ ਲੈਣ ਨੂੰ। ਐਂਡ ਉੱਥੇ 2-3 ਇੰਡੀਅਨ ਰੈਸਟੋਰੈਂਟ ਹੁੰਦੇ ਸੀ ਐਂਡ ਆਈ ਥਿੰਕ ਇੱਕ ਸਮੋਸਾ $1 ਦਾ ਹੁੰਦਾ ਸੀ ਐਟ ਦੈਟ ਟਾਈਮ। ਐਂਡ ਹੁਣ ਜੇ ਤੁਸੀਂ ਦੇਖੋ ਨਾ ਐਵਰੀਵੇਅਰ, ਜਿਵੇਂ ਆਹੀ ਪਲਾਜ਼ਾ ਆਪਣਾ ਲਾ ਲਓ, ਇਹਦੇ ਵਿੱਚ ਹੀ ਕਿੰਨੇ ਇੰਡੀਅਨ ਰੈਸਟੋਰੈਂਟਸ ਆ। ਸੋ ਇਟਸ ਅ ਬਿਗ ਥਿੰਗ। ਆਪਾਂ ਜੇ ਐਕਚੁਅਲੀ ਨਾ ਪੋਜ਼ੀਟਿਵ ਸੋਚੀਏ ਉਹ ਬਹੁਤ ਜ਼ਿਆਦਾ ਆ, ਨੈਗੇਟਿਵਸ ਥੋੜ੍ਹੇ ਆ। ਐਂਡ ਡਿਫਰੈਂਸਿਸ ਤਾਂ ਹੁੰਦੇ ਆ ਕਿਉਂਕਿ ਜਦੋਂ ਆਪਾਂ ਨਵੀਂ ਥਾਂ 'ਤੇ ਆਉਂਦੇ ਹਾਂ ਨਾ, ਥੋੜ੍ਹਾ ਜਿਹਾ ਆਪਾਂ ਨੂੰ ਵੀ ਟਾਈਮ ਲੱਗਦਾ ਐਡਜਸਟ ਹੋਣ ਨੂੰ। ਐਂਡ ਜਿਹੜੀ ਉਹ ਇਨਵਾਇਰਮੈਂਟ ਹੁੰਦੀ ਆ ਉਹਨੂੰ ਆਪਣੇ ਨਾਲੋਂ ਵੀ ਟਾਈਮ ਲੱਗਦਾ ਵੀ ਹਾਊ ਡੂ ਵੀ ਐਡਜਸਟ। ਸੋ ਆਈ ਵਿਲ ਸੇ ਵੀ ਥੋੜ੍ਹੀਆਂ ਚੀਜ਼ਾਂ ਤਾਂ ਹੁੰਦੀਆਂ ਨਾ ਐਂਡ ਇਹਨਾਂ ਹੋਣਗੀਆਂ ਵੀ, ਬਟ ਇਹਨਾਂ ਆਪਾਂ ਨੈਗੇਟਿਵ ਨਾ ਲਈਏ, ਆਪਾਂ ਆਪ ਦੇ ਬਾਰੇ ਵੀ ਸਿਖਾਈਏ ਅਤੇ ਉਹਨਾਂ ਬਾਰੇ ਵੀ ਸਿੱਖੀਏ ਟੂ ਮੂਵ ਫੋਰਵਰਡ। ਸੋ ਜਿਹੜੀ ਇੱਥੋਂ ਦੀ ਹੁਣ ਜਿਵੇਂ ਤਾਂ ਆਪਾਂ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ, ਜਿਹੜੀ ਜਨਰੇਸ਼ਨ ਦੇ ਵਿੱਚ ਤੁਸੀਂ ਬਿਲੋਂਗ ਕਰਦੇ ਹੋ ਉਸ ਤੋਂ ਅੱਗੇ ਤੁਹਾਡੀ ਹੋਰ ਇੱਕ ਨੈਕਸਟ ਜਨਰੇਸ਼ਨ ਵੀ ਆ ਗਈ ਹੈ। ਤੁਹਾਡੇ ਅਤੇ ਹੁਣ ਵਾਲੇ ਬੱਚਿਆਂ ਦੇ ਵਿੱਚ ਜਿਹੜਾ ਤੁਸੀਂ ਫਰਕ ਦੇਖ ਰਹੇ ਹੋ, ਆਪਾਂ ਚਲੋ ਅੱਜ ਦੀ ਗੱਲ ਕਰ ਰਹੇ ਹਾਂ, ਤੁਹਾਨੂੰ ਕਿੰਨਾ ਕੁ ਮਹਿਸੂਸ ਹੋ ਰਿਹਾ ਕਿ ਤੁਹਾਡਾ ਜਿਹੜਾ ਉਸ ਟਾਈਮ ਦਾ ਇੱਕ ਬੈਚ ਸੀ ਜਾਂ ਇੱਕ ਉਸ ਟਾਈਮ ਦਾ ਇੱਕ ਕੁਨਬਾ ਹੁੰਦਾ ਸੀ ਜਾਂ ਤੁਹਾਡੇ ਕਲਾਸਮੇਟਸ ਹੋ ਗਏ, ਉਸ ਤੋਂ ਬਾਅਦ ਦਾ ਜਿਹੜਾ ਅੱਜ ਕੱਲ੍ਹ ਦਾ ਜਿਹੜੇ ਇੱਥੋਂ ਦੇ ਬੋਰਨ ਬੱਚੇ ਆ ਉਹਨਾਂ 'ਚ ਕਿੰਨਾ ਕੁ ਫਰਕ ਨਜ਼ਰ ਆ ਰਿਹਾ ਤੁਹਾਨੂੰ? One of the biggest things I think is ਜਿਹੜੀ ਸਾਡਾ ਬੈਚ ਆ, ਬਿਕਾਜ਼ ਅਸੀਂ ਫਰਸਟ ਹੈਂਡ ਉਹ ਇਮੀਗ੍ਰੇਸ਼ਨ ਦੀਆਂ ਸਟੋਰੀਆਂ ਸੁਣਦੇ ਹੁੰਦੇ ਸੀਗੇ। ਐਂਡ ਜਿਹੜੇ ਅੱਜ ਦੇ ਬੱਚੇ ਹੈਗੇ, ਲਾਈਕ I have 5 nieces and 1 nephew myself, ਉਹਨਾਂ ਦੀ ਲਾਈਫ ਹੀ ਡਿਫਰੈਂਟ ਆ, ਉਹ ਗੱਲਾਂ ਹੀ ਡਿਫਰੈਂਟ ਆ ਬਿਕਾਜ਼ ਉਹਨਾਂ ਨੂੰ ਇਹ ਗੱਲਾਂ ਨਾ ਉਹ ਘਰੇ ਹੁੰਦੀਆਂ ਹੁਣ ਬਿਕਾਜ਼ ਟਾਈਮ ਹੀ ਅਲੱਗ ਆ। ਅੱਜ ਕੱਲ੍ਹ ਟੋਪਿਕਸ ਹੀ ਡਿਫਰੈਂਟ ਆ। ਸੋ ਇਹ ਜਨਰੇਸ਼ਨ ਇਨ ਮਾਈ ਮਾਈਂਡ ਥੋੜ੍ਹੀ ਜਿਹੀ ਲੇਡ ਬੈਕ ਆ ਇਨ ਦੈਟ ਰਿਗਾਰਡ। ਬਟ ਹੈਵਿੰਗ ਸੈਡ ਦੈਟ ਆਈ ਥਿੰਕ ਇਹ ਰੂਟਸ ਦੇ ਨਾਲ ਵੀ ਕਨੈਕਟਡ ਹੈਗੇ ਆ ਬਿਕਾਜ਼ ਇਹ ਆਪਣੇ 'ਤੇ ਆ ਨਾ ਵੀ ਆਪਾਂ ਉਹਨਾਂ ਨੂੰ ਕਿੰਨਾ ਐਜੂਕੇਟ ਕਰਨਾ। ਐਂਡ ਉਹ ਵੀ ਆਈ ਥਿੰਕ ਇਟਸ ਦੇਅਰ। ਬਟ ਜਿਹੜੀ ਇੱਥੇ ਨਵੀਂ ਜਨਰੇਸ਼ਨ ਆ ਰਹੀ ਹੈ ਨਾ, ਆਈ ਥਿੰਕ ਆਪਾਂ ਨੂੰ ਰਲ ਮਿਲ ਕੇ ਉਹਦੇ ਵਾਸਤੇ ਜ਼ਰੂਰ ਕੁਛ ਕਰਨਾ ਚਾਹੀਦਾ। ਇੱਕ ਉਹਨਾਂ ਦੀ ਜਿਹੜੀ ਅਸਿਮੀਲੇਸ਼ਨ ਆ ਇੱਥੇ ਉਹ ਈਜ਼ੀ ਹੋਵੇ ਐਂਡ ਉਹ ਆਪਣੇ 'ਤੇ ਵੀ ਈਜ਼ੀ ਹੋਵੇ। ਐਂਡ ਜਿਹੜੀ ਸਰਾਊਂਡਿੰਗ ਏਰੀਏਜ਼ ਆ ਜਿਨ੍ਹਾਂ ਦੀ ਇਹ ਕੰਟਰੀ ਆ ਉਹ ਵੀ ਉਹਨਾਂ ਨੂੰ ਵੀ ਈਜ਼ੀ ਲਵੇ ਬਿਕਾਜ਼ ਕਦੇ ਕਦੇ ਨਾ
ਬਹੁਤ ਆਪਾਂ ਆ ਜਾਂਦੇ ਹਾਂ ਇੱਕ ਨਵੀਂ ਥਾਂ ਤੇ, ਬਟ ਆਪਾਂ ਆਈਡੀਆਜ਼, ਕਨਸੈਪਟਸ ਐਂਡ ਥਾਟਸ ਪੁਰਾਣੇ ਲੈ ਕੇ ਆਉਂਦੇ ਹਾਂ ਆਪਦੇ ਨਾਲ। ਜੀ। ਐਂਡ ਜੇ ਆਪਾਂ ਕਿਸੇ ਨਵੀਂ ਥਾਂ ਤੇ ਜਾਣਾ, ਆਪਾਂ ਨੂੰ ਕਈ ਚੀਜ਼ਾਂ ਛੱਡਣੀਆਂ ਪੈਣੀਆਂ ਤੇ ਨਵੀਆਂ ਅਡਾਪਟ ਕਰਨੀਆਂ ਪੈਣੀਆਂ ਟੂ ਮੂਵ ਫੋਰਵਰਡ। ਜੀ। ਸੋ ਜਿਵੇਂ ਹੁਣ ਚਲੋ ਇੱਕ ਹੋਰ ਸਵਾਲ ਸਟੂਡੈਂਟਸ ਦੇ ਨਾਲ ਰਿਲੇਟਡ ਹੀ ਹੈ, ਕਿਉਂਕਿ ਇਹ ਜਿਹੜਾ ਤੁਹਾਡਾ ਇੱਕ ਪੇਸ਼ਾ ਹੈ, ਤੁਹਾਡਾ ਕਿੱਤਾ, ਉਹ ਵੀ ਇੱਕ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ। ਬਹੁਤ ਸਾਰੇ ਜਿਹੜੇ ਸਾਡੇ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ, ਸਾਡੇ ਨੌਜਵਾਨ ਬੱਚੇ, ਸਾਡੇ ਹੀ ਆਪਣੇ ਬੱਚੇ ਆ, ਉਹਨਾਂ ਵਿੱਚੋਂ ਵੀ ਕਿਤੇ ਨਾ ਕਿਤੇ ਸਾਨੂੰ ਨਜ਼ਰ ਆਉਂਦਾ ਕਿ ਕੁਛ ਗੜਬੜ ਕਰ ਰਹੇ ਆ, ਜਾਂ ਹਰ ਰੋਜ਼ ਕੁਛ ਨਾ ਕੁਛ ਨਿਊਜ਼ ਸਾਨੂੰ ਨਜ਼ਰ ਆਉਂਦੀ ਹੈ। ਤੁਸੀਂ ਕੀ ਸਮਝਦੇ ਹੋ, ਕਿੰਨਾ ਕੁ ਡਿਫਰੈਂਸ ਤੁਹਾਨੂੰ ਨਜ਼ਰ ਆ ਰਿਹਾ ਜਿਹੜੇ ਇੱਥੋਂ ਦੇ ਬੱਚੇ ਤੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ, ਉਹਨਾਂ ਵਿੱਚ ਵੀ ਕੋਈ ਫਰਕ ਮਹਿਸੂਸ ਕਰਦੇ ਹੋ ਤੁਸੀਂ? ਹਾਂਜੀ, that's a great question. The number one thing I want to say is ਜਿਹੜੇ ਇੱਥੋਂ ਦੇ ਬੱਚੇ ਆ ਨਾ, ਉਹਨਾਂ ਕੋਲ ਘਰ ਵੀ ਹੈਗਾ, ਫੈਮਲੀਜ਼ ਵੀ ਹੈਗੀਆਂ, ਫੂਡ ਵੀ ਹੈਗਾ ਤੇ ਟਰਾਂਸਪੋਰਟੇਸ਼ਨ ਵੀ ਹੈਗੀ ਤੇ ਕਲੋਥ ਵੀ ਹੈਗੇ। ਜਿਹੜੇ ਉੱਥੋਂ ਦੇ ਆ ਰਹੇ ਆ ਨਾ, ਮੈਜੋਰਟੀ ਦਾ ਸਾਰਾ ਕੁਝ ਉਹਨਾਂ ਨੂੰ ਲੱਭਣਾ ਪੈ ਰਿਹਾ ਵਾ। ਐਂਡ ਕਦੇ ਕਦੇ ਉਹ ਉੱਥੋਂ ਦਾ ਲਾਈਫ ਸਟਾਈਲ ਡਿਫਰੈਂਟ ਆ ਇੱਥੋਂ ਨਾਲੋਂ। ਵੈਦਰ ਵੀ ਡਿਫਰੈਂਟ ਆ, ਦ ਵੇ ਵੀ ਡੀਲ ਇਨ ਐਵਰੀਡੇ ਲਾਈਫ ਉਹ ਵੀ ਡਿਫਰੈਂਟ ਆ। ਸੋ ਮੈਂ ਆਪ ਸੋਚਦੀ ਹੁੰਦੀ ਕਦੇ ਕਦੇ ਨਾ ਵੀ ਆਪਾਂ ਨੂੰ ਕੋਈ ਵਰਕਸ਼ਾਪਸ ਔਰ ਸੈਮੀਨਾਰਸ ਆਰਗੇਨਾਈਜ਼ ਕਰਨੇ ਚਾਹੀਦੇ ਇਹਨਾਂ ਦੇ ਵਾਸਤੇ, ਜਸਟ ਬੇਸਿਕ ਗੱਲਾਂ ਦੇ, ਜੋ ਜਿਵੇਂ ਇੱਕ ਆਪਾਂ ਨਵੀਂ ਥਾਂ ਤੇ ਜਾਂਦੇ ਵੀ 10 ਵਜੇ ਤੋਂ ਬਾਅਦ ਰੌਲਾ ਨਾ ਪਾਓ, ਔਰ ਐਕਸੀਡੈਂਟਸ ਹੋ ਜਾਂਦੇ, ਕਾਰ ਇੰਸ਼ੋਰੈਂਸ ਵੱਧ ਜਾਂਦੀ ਜੇ, ਬਹੁਤ ਗੱਲਾਂ ਇਹਨਾਂ ਨੂੰ ਪਤਾ ਨਹੀਂ, ਐਂਡ ਇਹਨਾਂ ਦਾ ਕੋਈ ਫਾਲਟ ਨਹੀਂ ਹੈਗਾ। ਜੇ ਆਪਾਂ ਇੱਥੇ ਨਾ ਉਹਨਾਂ ਨੂੰ ਆਪਰਚੁਨਿਟੀ ਦਿੱਤੀ ਹੈ ਨਾ, ਤੇ ਉਹਨਾਂ ਨੂੰ ਇਨਵਾਈਟ ਕਰ ਰਹੇ ਹਾਂ, ਆਪਾਂ ਨੂੰ ਇੱਕ ਥੋੜ੍ਹਾ ਜਿਹਾ ਹੋਰ ਸਟੈਪ ਵੀ ਲੈ ਕੇ ਜਾਣਾ ਚਾਹੀਦਾ ਵੀ ਆਪਾਂ ਕੁਝ ਆਰਗੇਨਾਈਜ਼ ਕਰੀਏ ਤੇ ਉਹਨਾਂ ਨੂੰ ਐਜੂਕੇਟ ਕਰੀਏ, ਬਿਕਾਜ਼ ਜਿੰਨਾ ਉਹਨਾਂ ਨੂੰ ਪਤਾ ਨਾ, ਇਹਦੇ 'ਚ ਆਪਣਾ ਹੀ ਫਾਇਦਾ ਵਾ। ਕਿਉਂਕਿ ਆਪਾਂ ਵੀ ਉਹਨਾਂ ਨਾਲ ਰੋਡ ਸ਼ੇਅਰ ਕਰਨੀ ਆ, ਆਪਾਂ ਵੀ ਉਹਨਾਂ ਨਾਲ ਗਰੋਸਰੀ ਸਟੋਰ ਸ਼ੇਅਰ ਕਰਦੇ ਹਾਂ, ਐਂਡ ਆਪਾਂ ਵੀ ਉਹੀ ਹੁੰਦੇ ਜਿਹੜੇ ਕਹਿੰਦੇ ਯੈਸ ਯੂ ਕੈਨ ਹੈਵ ਦਿਸ ਹਾਊਸ ਆਫ ਆਰਸ ਫॉर ਰੈਂਟ, ਐਂਡ ਸੋ ਰੀਲੀ ਪੋਜ਼ੀਟਿਵਸ ਆਪਾਂ ਨੂੰ ਲੱਗਣੇ ਤੇ ਨੈਗੇਟਿਵ ਵੀ ਆਪਾਂ ਨੂੰ ਲੱਗਣੇ ਆ। ਸੋ ਆਈ ਥਿੰਕ ਇਹ ਪਾਰਟ ਐਂਡ ਪਾਰਸਲ ਦੋਨਾਂ ਦੀ ਰਿਸਪੌਂਸਿਬਿਲਿਟੀ ਹੈ, ਜਿਹੜੇ ਇਹਨੇ ਮਨੀ ਲਾ ਕੇ ਆਉਂਦੇ ਐਂਡ ਜਿਹੜੇ ਇੱਥੇ ਲਾਈਫ ਆਪਦੀ ਕੱਢਣਾ ਚਾਹੁੰਦੇ ਆ। ਬਿਕਾਜ਼ ਹੁਣੇ ਆਪਾਂ ਗੱਲ ਕੀਤੀ ਆ ਕੈਨੇਡੀਅਨ ਪੈਸੀਫਿਕ ਰੇਲਵੇ ਦੀ, ਖਾਮਾਗਾਟੋ ਮਾਰੂ ਦੀ, ਇਹ ਕੰਟਰੀ ਬਹੁਤ, ਇਟਸ ਹੋਮ ਟੂ ਸੋ ਮੈਨੀ ਇਮੀਗ੍ਰੈਂਟਸ, ਸੋ ਮੈਨੀ ਕਮਿਊਨਿਟੀਜ਼। ਸੋ ਜਿਹੜੀ ਇੱਥੋਂ ਦੀ ਜਨਰੇਸ਼ਨ ਆ, ਮੈਨੂੰ ਨਹੀਂ ਪਤਾ ਵੀ ਉਹ ਲੇਬਰ ਕਰੂਗੀ ਕਿ ਨਹੀਂ। ਆਈ ਐਮ ਅ ਲਾਇਰ ਬਾਈ ਪ੍ਰੋਫੈਸ਼ਨ, ਸੋ ਮੈਂ ਉੱਧਰਲੇ ਪਾਸੇ ਆ। ਸੋ ਜਿਹੜੇ ਬੱਚੇ ਹੁਣ ਆ ਰਹੇ ਆ ਨਾ, ਮੇ ਬੀ ਉਹਨਾਂ ਨੇ ਜਿਹੜੇ ਨੈਕਸਟ ਲੈਵਲ ਆਫ ਐਕਨੋਮਿਕ ਗਰੋਥ ਹੋਣੀ ਆ, ਉਹਨਾਂ ਦੇ ਨਾਲ ਹੋਣੀ ਆ। ਐਂਡ ਉਹ ਗਰੋਥ ਨੂੰ ਸਸਟੇਨ ਕਰਨ ਵਾਸਤੇ ਇਟਸ ਇਨ ਆਰ ਬੈਸਟ ਇੰਟਰਸਟ ਵੀ ਆਪਾਂ ਉਹਨਾਂ ਦੇ ਵਾਸਤੇ ਵੀ ਥੋੜੇ ਜਿਹੇ ਨਾ ਸਿਸਟਮਸ ਪਾਈਏ ਇਨ ਪਲੇ ਟੂ ਹੈਲਪ them recognize basic things। ਜੀ। ਸੋ ਮਤਲਬ ਤੁਹਾਡਾ ਓਵਰਆਲ ਜਿਹੜਾ ਪੁਆਇੰਟ ਆ ਜਾਂ ਵਿਊ ਤੁਹਾਡਾ ਉਹ ਪੋਜ਼ਿਟਿਵ ਆ ਉਹਨਾਂ ਲਈ? I think ਦੇਖੋ, ਜਦੋਂ ਆਪਾਂ ਕਿਤੇ ਨਵੀਂ ਥਾਂ ਤੇ ਜਾਂਦੇ, when I went to law school, ਮੈਨੂੰ ਪਹਿਲਾਂ ਰੀਡਿੰਗ ਬੜੀ ਹੁੰਦੀ ਸੀ, and I used to think to myself, what have I done? Is this what I want to do with my life? I thought to myself, and ਮੈਨੂੰ 1-2 ਮਹੀਨੇ ਲੱਗੇ used to ਹੋਣ ਨੂੰ, and at that point I started liking it. I realized why I wanted to do it. ਜਦੋਂ ਪਹਿਲਾਂ the first year of law, it's very tough. Adjust ਹੋਣਾ ਪੈਂਦਾ, ਕਿਉਂਕਿ sometimes you're dealing with lawyers that have been in the profession for 40 to 50 years. So it's like ਤੁਸੀਂ ਇੱਕ ਰੂਮ 'ਚ ਜਾਂਦੇ ਆ, ਤੁਸੀਂ ਕੀੜੀਆਂ ਤੇ ਉਹ ਐਲੀਫੈਂਟ ਆ, ਤੁਹਾਡੀ ਇਹ ਥਾਟ ਪ੍ਰੋਸੈਸ ਆ। ਦੈਟਸ ਰਾਈਟ। ਸੋ ਕੀੜੀ ਨੇ ਵੀ ਉੱਥੇ ਆਪਦਾ ਟਾਈਮ ਕੱਢਣਾ, ਐਲੀਫੈਂਟ ਨੇ ਵੀ ਕੱਢਣਾ, ਹੈ ਨਾ। ਸੋ ਤੁਹਾਡੇ ਦੋਨੇ ਤੇ ਆ, ਐਂਡ ਹੋਣ ਦੀ ਵੀ ਗੱਲ ਆਈ ਥਿੰਕ ਇਹੀ ਆਪਣੇ ਵਾਸਤੇ ਵੀ ਆਪਾਂ ਉਹਨਾਂ ਨੂੰ ਨੈਗੇਟਿਵ ਨਾ ਲਈਏ, ਉਹਨਾਂ ਨੂੰ ਥੋੜ੍ਹਾ ਜਿਹਾ ਇਟਸ ਨੋਟ ਗੋਇੰ ਟੂ ਬੀ ਈਜ਼ੀ। ਆਈ ਐਮ ਨੋਟ ਸੇਇੰਗ ਵੀ ਓਵਰਨਾਈਟ ਹੋ ਜਾਊਗਾ ਔਰ ਇੱਕ ਵੀਕ ਦੇ ਵਿੱਚ ਔਰ ਇੱਕ ਮੰਥ ਦੇ ਵਿੱਚ, ਬਟ ਨੰਨਦਲੈਸ ਜੇ ਆਪਾਂ ਕੋਈ ਪ੍ਰੋਗਰਾਮਸ ਇਨ ਪਲੇਸ ਪਾਈਏ, we'll be able to manage and we'll be able to get through। ਜੇ example 100,000 ਸਟੂਡੈਂਟ ਆ ਰਹੇ ਆ, ਜੇ 40,000 ਨੂੰ ਵੀ ਸਮਝ ਆ ਗਈ ਨਾ, ਉਹ 20,000 ਨੂੰ ਆਪ ਸਿਖਾ ਦੇਣਗੇ ਐਂਡ ਆਪਣਾ ਕੰਮ ਹੋ ਜਾਊਗਾ। ਸੋ ਆਈ ਥਿੰਕ rather ਆਪਾਂ ਇਹ ਨਾ ਸੋਚੀਏ ਵੀ ਇਟਸ ਵੈਰੀ ਬਲੀਕ ਵੀ ਕੁਛ ਹੋ ਨਹੀਂ ਸਕਦਾ, ਹੋ ਸਕਦਾ ਵਾ, ਆਪਣੇ ਤੇ ਆ। ਸੀ ਜੋ ਤੁਸੀਂ ਕੋਸ਼ਿਸ਼ ਕਰਦੇ ਨਾ, ਕੁਛ ਤਾਂ ਹੁੰਦਾ ਵਾ। like when you go back to talk about the baby boomer generation, ਜਿਹੜੀ ਹੁਣ ਰਿਟਾਇਰ ਹੋ ਰਹੀ ਹੈ, ਮੇਰੇ ਪੇਰੈਂਟਸ ਦੀ ਜਨਰੇਸ਼ਨ, ਤੁਸੀਂ ਇਮੈਜਿਨ ਕਰੋ, ਉਹ ਇੱਕ ਕੰਟਰੀ 'ਤੇ ਆਏ ਸੀ, ਉਹਨਾਂ ਨੂੰ ਕੱਲਾ ਇੰਡੀਅਨ ਵੇ ਆਫ ਲਾਈਫ ਪਤਾ ਸੀ, ਐਂਡ ਅ ਲਾਟ ਆਫ them did not have language। ਉਹਨਾਂ ਨੂੰ ਪਤਾ ਨਹੀਂ ਸੀ, ਜੇ ਉਹਨਾਂ ਨੇ ਉਸ ਟਾਈਮ ਸਰਵਾਈਵ ਕਰਤਾ, ਹੁਣ ਤਾਂ ਈਜ਼ੀ ਹੋਈ ਬਹੁਤ ਆਪਣੇ ਵਾਸਤੇ। ਸੋ ਗੁਰਦੀਪ ਕੌਰ ਜੀ, ਮੇਰਾ ਮਤਲਬ ਕਿਉਂਕਿ ਨਿੱਕੀ ਤੇ ਗੁਰਦੀਪ ਕੌਰ ਸੋ ਗੁਰਦੀਪ ਕੌਰ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਫਿਰ ਦੁਬਾਰਾ ਜਿਹੜੀ ਕੈਨੇਡਾ ਡੇ ਦੇ ਬਾਰੇ, ਜਾਂ ਕੈਨੇਡਾ ਨੇ ਕਿਵੇਂ ਆਪਣੇ ਕਿਹੜੀ ਸਿਚੁਏਸ਼ਨ 'ਚੋਂ ਨਿਕਲ ਕੇ ਅੱਜ ਅਸੀਂ ਇਹਨਾਂ ਦੇ ਸਾਰੇ ਸੋਰਸਿਸ ਨੂੰ ਇੰਜੋਏ ਕਰ ਰਹੇ ਹਾਂ, ਔਰ ਸਾਡੀ ਕਰਮ ਭੂਮੀ ਹੈ ਇਹ, ਜਨਮ ਭੂਮੀ। ਮੈਂ ਆਪਣੀ ਗੱਲ ਕਰਾਂ, ਜੇ ਸਾਡੀ ਜਨਮ ਭੂਮੀ ਹੋ ਸਕਦਾ ਇਸ ਭਾਰਤ ਦੇ ਪੰਜਾਬ 'ਚ ਹੋ ਸਕਦੀ ਹੈ, ਲੇਕਿਨ ਕਰਮ ਭੂਮੀ ਸਾਡੀ ਇਹ ਕੈਨੇਡਾ। ਸੋ ਰਲ ਮਿਲ ਕੇ ਪੂਰਾ ਇੰਜੋਏ ਕਰੀਏ, ਔਰ ਸਾਡੀਆਂ ਡਿਊਟੀਜ਼ ਕੀ ਹੈ
ਅਸੀਂ ਉਹਨਾਂ ਦੇ ਬਾਰੇ ਵੀ ਅਸੀਂ ਚਾਨਣਾ ਪਾਵਾਂਗੇ ਵੀ ਸਾਨੂੰ ਜਿੱਥੇ ਕੈਨੇਡਾ ਪੂਰੀ ਖੁੱਲ੍ਹ ਦੇ ਰਹੀ ਆ, ਆਜ਼ਾਦੀ ਦੇ ਰਹੀ ਹੈ, ਨਾਲ ਸਾਡੀਆਂ ਜ਼ਿੰਮੇਵਾਰੀਆਂ ਉਹਨੂੰ ਵੀ ਜ਼ਰੂਰ ਅਸੀਂ ਪਛਾਣੀਏ। ਇੱਕ ਬ੍ਰੇਕ ਲੈ ਲਈਏ। ਸੋ ਦਰਸ਼ਕੋ ਕਿਤੇ ਜਾਇਓ ਨਾ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਉਂ ਗਏ ਤੇ ਇਉਂ ਆਏ। ਧੰਨਵਾਦ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਸ ਅੰਟਿਲ ਸੋਲਡ, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। इंडियन कज़ीन दा स्वाद हुण कैनेडा च? जी हाँ, इंडियन कज़ीन दा स्वाद मिलेगा विनीपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। वो भी किसी एक जगह नहीं, बल्कि क्ले ओवन ईस्ट इंडियन रेस्टोरेंट सर्व्स यू ऑन 3 locations। For memorable food and exceptional value, you can contact us at, you can also mail us at। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਟ੍ਰੀਟ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪ੍ਰਾਈਮ ਟਾਈਮ ਸ਼ੋਅ। ਜਿਹੜਾ ਸ਼ੋਅ ਦਾ ਟਾਈਮ ਹੁੰਦਾ ਉਹ 7 ਤੋਂ 8 ਹੁੰਦਾ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ ਕੁਝ ਨਵਾਂ ਔਰ ਵਿਲੱਖਣ ਤੁਹਾਡੀ ਸੇਵਾ 'ਚ ਹਾਜ਼ਰ ਕਰ ਸਕੀਏ। ਔਰ ਅਜਿਹੇ ਅਸੀਂ ਇੱਥੇ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਦਾ ਕੋਈ ਯੋਗਦਾਨ ਕਮਿਊਨਿਟੀ ਦੇ ਲਈ, ਸਮਾਜ ਦੇ ਲਈ ਚੰਗਾ ਹੋਵੇ ਔਰ ਅਵੇਅਰਨੈਸ ਜਿਹੜੀ ਪੈਦਾ ਕਰ ਸਕੇ। ਅਜਿਹੇ ਲੋਕਾਂ ਨੂੰ ਤੁਹਾਡੇ ਰੂਬਰੂ ਕਰਦੇ ਹੁੰਦੇ ਆ। ਇਸੇ ਲੜੀ ਦੇ ਵਿੱਚ ਅੱਜ ਸਾਡੇ ਨਾਲ ਗੁਰਦੀਪ ਕੌਰ ਜੀ ਆਏ ਨੇ ਔਰ ਗੁਰਦੀਪ ਕੌਰ ਜੀ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਵੀ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਅੱਜ ਕੱਲ੍ਹ ਸਮਾਜ ਸੇਵੀ ਦੇ ਤੌਰ 'ਤੇ ਵੀ ਕੰਮ ਕਰ ਰਹੇ ਨੇ ਔਰ ਇੱਕ ਪੇਸ਼ੇ ਵਜੋਂ ਲਾਇਰ ਵੀ ਨੇ। ਔਰ ਜਿਹੜੇ ਸਟੂਡੈਂਟਸ ਨੇ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਹੈ ਜਾਂ ਇੱਥੋਂ ਦੇ ਸਟੂਡੈਂਟਸ ਆ, ਉਹਨਾਂ ਨਾਲ ਲਈ ਰਲ ਮਿਲ ਕੇ ਇੱਕ ਇਹਨਾਂ ਦੇ ਜ਼ਿਹਨ ਦੇ ਵਿੱਚ ਬੜਾ ਕਮਾਲ ਦਾ ਆਈਡੀਆ ਕਿ ਇਹਨਾਂ ਦੇ ਲਈ ਇੱਕ ਸੈਮੀਨਾਰਜ਼ ਜਾਂ ਅਜਿਹੀਆਂ ਚੀਜ਼ਾਂ ਨੂੰ ਜਿਹੜੀ ਪ੍ਰਵਾਨਤਾ ਲੈਣੀ ਚਾਹੀਦੀ ਹੈ ਗੌਰਮੈਂਟ ਤੋਂ, ਜਾਂ ਅਸੀਂ ਰਲ ਕੇ ਕਮਿਊਨਿਟੀ ਕਰੀਏ ਤਾਂ ਕਿ ਜਿਹੜੇ ਇੱਥੋਂ ਦੇ ਬੱਚੇ ਨੇ, ਲੋਕਲ ਬੱਚੇ ਵੀ ਤੇ ਜਿਹੜੇ ਬੱਚੇ ਇੰਡੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਆ ਰਹੇ ਆ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਅਸੀਂ ਪੰਜਾਬ ਦੀ ਗੱਲ ਕਰੀਏ, ਉਹਨਾਂ ਨੂੰ ਅਜਿਹੀਆਂ ਗੱਲਾਂ ਸਿਖਾਈਆਂ ਜਾਣ, ਅਜਿਹਾ ਕੁਛ ਦੱਸਿਆ ਜਾਵੇ, ਇੱਥੋਂ ਦੇ ਕਾਨੂੰਨ ਦੇ ਨਾਲ ਵਾਬਸਤਾ ਕਰਾਇਆ ਜਾਵੇ ਤਾਂ ਕਿ ਹਰ ਰੋਜ਼ ਜਿਹੜੀਆਂ ਕੁਝ ਨਵੀਆਂ ਘਟਨਾਵਾਂ ਵਾਪਰ ਨਹੀਂ ਰਹੀਆਂ ਨੇ, ਕਿਉਂਕਿ ਬੱਚੇ ਨੇ, ਉਹਨਾਂ ਦੇ ਕੋਈ ਕਸੂਰ ਨਹੀਂ ਹੈ। ਔਰ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਆਜ਼ਾਦੀ ਮਿਲ ਜਾਂਦੀ ਹੈ ਜਾਂ ਅਸੀਂ ਕਿਸੇ ਛੋਟੀ ਚੀਜ਼ ਤੋਂ ਵੱਡੇ ਵੱਲ ਵੱਧਦੇ ਹਾਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਖੰਭ ਖਿਲਾਰਨ ਦੀ। ਇਹੋ ਜਿਹੀਆਂ ਚੀਜ਼ਾਂ ਕਈ ਵਾਰੀ ਗਲਤੀਆਂ ਕਰਵਾ ਦਿੰਦੀਆਂ। ਇਹੋ ਜਿਹੀ ਪੋਜ਼ੀਟਿਵ ਥਿੰਕਿੰਗ ਦੇ ਨਾਲ ਅੱਜ ਗੁਰਦੀਪ ਕੌਰ ਜੀ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ ਔਰ ਕੈਨੇਡਾ ਡੇ ਦੇ ਉੱਪਰ ਖਾਸ ਕਰਕੇ ਅਸੀਂ ਅੱਜ ਇਤਿਹਾਸ ਦੀ ਵੀ, ਕੈਨੇਡਾ ਦੇ ਇਤਿਹਾਸ ਦੀ ਵੀ ਗੱਲ ਕਰ ਰਹੇ ਹਾਂ। ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ।
ਸੋ ਗੁਰਦੀਪ ਕੌਰ ਜੀ, ਜਿਵੇਂ ਆਪਾਂ ਨੇਟਿਵਸ ਦੀ ਗੱਲ ਕਰਦੇ ਹਾਂ ਜਾਂ ਇੰਡੀਜਨਸ ਪੀਪਲਸ ਦੀ ਗੱਲ ਕਰ ਰਹੇ ਹਾਂ, ਹਾਂਜੀ। ਥੋੜਾ ਜਿਹਾ ਹੋਰ ਮੈਂ ਜਾਣਨਾ ਚਾਹਣਾ ਫਿਰ, ਤਾਂ ਕਿ ਆਪਾਂ ਇਹਨੂੰ ਇੱਕ ਨਾ ਪੈਰਲਲ ਲੈ ਕੇ ਚੱਲੀਏ, ਹਾਂਜੀ। ਪੁਰਾਣੀ ਹਿਸਟਰੀ ਤੇ ਅੱਜ ਦੀ ਹਿਸਟਰੀ, ਤਾਂ ਕਿ ਸ਼ੋਅ ਪੈਰਲਲ ਚੱਲਦਾ ਰਹੇ। ਹਾਂਜੀ। ਨੇਟਿਵਸ ਦੇ ਬਾਰੇ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਐਬਸੋਲੂਟਲੀ। ਉਸ ਟਾਈਮ ਜਿਹੜੇ ਨੇਟਿਵਸ ਆ, ਇੰਡੀਜਨਾਈਜ਼ਡ ਪੀਪਲਸ ਯੂ ਮੈਂਸ਼ਨਡ, ਇਹਨਾਂ ਬੜੇ ਨੇਚਰ ਲਵਿੰਗ ਸੀਗੇ। ਸੋ ਸਾਰਾ ਕੁਛ ਐਨੀਮਲਸ, ਪਲਾਂਟਸ, ਉਹ ਚੀਜ਼ਾਂ ਦੇ ਵਿੱਚ ਬਹੁਤ ਰੱਖਦੇ ਸੀ that this is what we have to use and this is our way of life। ਐਂਡ ਇਹ ਸਕੂਲਿੰਗ ਵੀ ਇਹਨਾਂ ਦੀ ਉਹੀ ਜਿਹੀ ਸੀ, ਪਰ ਜਿਹੜੀ ਯੂਰਪੀਅਨ ਕਲਚਰ ਆ ਉਹ ਤੁਹਾਨੂੰ ਪਤਾ ਥੋੜ੍ਹੇ ਜਿਹੇ ਸੋਫਿਸਟੀਕੇਟਡ ਆ। ਐਂਡ ਜਦੋਂ ਇੱਥੇ ਜੈਕੀਜ਼ ਖਾਥੀਏ, ਉਹ ਫ੍ਰੈਂਚ ਸੀਗੇ, ਉਹ 1537 ਦੇ ਵਿੱਚ ਉਹਨਾਂ ਨੇ 3rd ਵੋਇਜ ਲਾਈ ਸੀ। ਉਹਨਾਂ ਨੇ ਐਕਸੀਡੈਂਟਲੀ ਕੈਨੇਡਾ ਡਿਸਕਵਰ ਕੀਤਾ ਸੀਗਾ ਐਕਚੁਅਲੀ 1537 ਅਰਾਊਂਡ that time period, ਉਹੀ ਟਾਈਮ ਸੀਗਾ। ਐਂਡ ਬੇਸਿਕਲੀ ਕਿਉਂਕਿ ਇੱਥੇ ਯੂਰਪੀਅਨ ਸਲੈਕਟਰਸ ਵੀ ਆ ਗਏ ਸੀਗੇ, ਐਂਡ ਤੁਹਾਨੂੰ ਪਤਾ ਵੀ ਕੈਨੇਡਾ originates from the Commonwealth, ਜਿਹੜੇ UK ਦੇ ਆ। ਸੋ ਸੋਫਿਸਟੀਕੇਟਡ ਨੇਸ਼ਨ ਪਹਿਲਾਂ ਹੀ ਸੀਗਾ। ਯੂ ਕੈਨ ਈਵਨ ਸੇ ਵੀ ਜਦੋਂ ਆਪਾਂ ਇੰਡੀਆ ਵੀ ਦੇਖਦੇ ਹਾਂ, ਜਦੋਂ ਇੰਗਲਿਸ਼ ਨੇ ਇੰਡੀਆ ਵੀ ਗਏ ਆ, ਕਿੰਨਾ ਉਹ ਵੀ ਚੇਂਜ ਹੋ ਚੁੱਕਿਆ ਵਾ ਫਰਮ ਟੂਡੇ ਟੂ ਵਟ ਇਟ ਯੂਜ਼ਡ ਟੂ ਬੀ। ਜਦੋਂ ਮੈਂ ਵੀ ਹਿਸਟਰੀ ਦੇਖਦੀ ਹਾਂ, ਪ੍ਰੀ ਬ੍ਰਿਟਿਸ਼ what it was and ਅੱਜ ਕੀ ਹੈ, ਐਂਡ ਉਹ ਟਾਈਮ ਪੀਰੀਅਡ ਦੇ ਵਿੱਚ ਕੀ ਆ, ਤੁਸੀਂ ਡਰੈਸ ਵੀ ਲਾ ਲਓ ਕਿੰਨੀ ਬਦਲ ਗਈ ਆਪਣੀ। and so when I discuss the First Nations people, basically ਇਹਨਾਂ ਦਾ ਇੱਕ ਨਾ ਉਸ ਟਾਈਮ, ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਗਵਰਨਮੈਂਟਸ ਉਹਨਾਂ ਨੂੰ ਸੀਗਾ ਵੀ ਇਹਨਾਂ ਦੇ ਬੱਚੇ ਆ ਜਿਹੜੇ ਸਕੂਲ ਆ, ਉਹ ਰੈਜ਼ੀਡੈਂਸ਼ੀਅਲ ਸਕੂਲਸ, ਉਹਨਾਂ ਨੇ ਇੱਕ ਐਕਟ ਪਾਸ ਕੀਤੀ ਸੀ ਵੀ ਬੱਚਿਆਂ ਨੂੰ ਇਹਨਾਂ ਨੇ ਨੋਰਮਲ ਸਕੂਲਸ ਪਾ ਕੇ ਐਵਰੀਡੇ ਕਲਚਰ, ਐਥਿਕਸ ਐਂਡ ਵੇ ਆਫ ਲਾਈਫ ਚੇਂਜ ਕਰਨਾ ਚਾਹੁੰਦੇ ਸੀ। ਬਟ ਉਹ ਗੱਲ ਨਹੀਂ ਬਣੀ। ਉਹ ਆਲਮੋਸਟ ਰੀਲੀ ਬੈਕ ਫਲਿਪ ਹੋ ਗਿਆ, ਬਿਕਾਜ਼ ਜਿਹੜਾ ਇਹਨਾਂ ਦਾ ਕਲਚਰ ਹੈ ਬੜਾ ਰਿਚ ਆ, ਹਿਸਟੋਰੀਕਲੀ ਰਿਚ ਆ। ਇਹ ਮੈਨੂੰ ਲੱਗਦਾ ਵੀ ਇਹ ਨੇਚਰ ਨੂੰ ਪਿਆਰ ਕਰਨ ਕਰਕੇ ਜਾਂ ਕੁਦਰਤ ਦੇ ਨਾਲ ਜਿਉਣਾ ਚਾਹੁੰਦੇ ਆ, ਔਰ ਇਸੇ ਕਰਕੇ ਉਹ ਚਾਹੁੰਦੇ ਆ ਕਿ ਅਸੀਂ ਜਿਹੜੇ ਭੀੜ ਭਾੜ ਵਾਲੇ ਜਿਹੜੇ ਸ਼ਹਿਰ ਹੈ, ਮਾਡਰਨ ਵੇ ਆਫ ਲਾਈਫ, ਇਹਨਾਂ ਨੂੰ ਨਹੀਂ ਚਾਹੁੰਦੇ। ਰਾਈਟ, ਬਿਕਾਜ਼ ਹੁਣ ਵੀ ਜੇ ਦੇਖੋ ਇਹਨਾਂ ਨੂੰ ਏਰੀਆਜ਼ ਦਿੱਤੇ ਹੋਏ ਆ, ਐਂਡ ਇਹਨਾਂ ਤੋਂ ਉਸ ਟਾਈਮ ਇਹ ਲੈਂਡ ਸਾਰਾ ਹੀ ਓਨ ਕਰਦੇ ਸੀ। ਉਸ ਟਾਈਮ ਇਹਨਾਂ ਤੋਂ ਥੋੜੇ ਜਿਨ੍ਹਾਂ ਨੂੰ ਪ੍ਰੋਮਿਸਿਸ ਦੇ ਕੇ ਇਹਨਾਂ ਤੋਂ ਲੈਂਡ ਲਿਆ ਗਿਆ ਸੀਗਾ। ਸੋ ਜਦੋਂ ਗੁਰਦੀਪ ਕੌਰ ਜੀ ਆਪਾਂ ਇਹਨਾਂ ਦੇ ਨੇਟਿਵਸ ਦੀ ਗੱਲ ਕਰਦੇ ਹਾਂ, ਤਾਂ ਇਹਨਾਂ ਦਾ ਜਿਹੜਾ ਰੁਜ਼ਗਾਰ ਹੁੰਦਾ ਸੀ, ਕੀ ਇਹ ਖੇਤੀਬਾੜੀ ਕਰਦੇ ਸੀ? hunting was a big thing because way of food, right? because ਉਦੋਂ ਠੰਡ ਵੀ ਬਹੁਤ ਹੁੰਦੀ ਸੀ ਕੈਨੇਡਾ ਦੇ ਵਿੱਚ, ਸੋ ਜਿਹੜੇ ਵਾਈਲਡ ਬੋਰ ਆ, ਡੀਅਰਸ ਲਾ ਲਓ, ਬੜੇ ਵੱਡੇ ਵੱਡੇ ਐਨੀਮਲਸ ਉਹੀ ਜਿਹੇ, ਐਂਡ ਫਿਸ਼ਿੰਗ ਬਹੁਤ ਸੀ ਕਿਉਂਕਿ ਇੱਥੇ ਪਾਣੀ ਵੀ ਬਹੁਤ ਹੈ ਨਾ। ਐਂਡ ਸੋ ਇਹ ਬਹੁਤ ਉਹ ਚੀਜ਼ਾਂ ਅੱਜ ਵੀ ਜੇ ਦੇਖੋ, ਫਿਸ਼ਿੰਗ ਇਹਨਾਂ ਦੇ ਵਾਸਤੇ ਬਹੁਤ ਜ਼ਰੂਰੀ ਆ। ਇਟਸ ਅ ਬਿਗ ਥਿੰਗ। ਐਂਡ ਉਸ ਟਾਈਮ ਗਵਰਨਮੈਂਟ ਨੇ ਜਦੋਂ ਇਹਨਾਂ ਤੋਂ ਕਨਸਟੀਟਿਊਸ਼ਨਸ ਐਂਡ ਟ੍ਰੀਟੀਜ਼ ਸਾਈਨ ਕਰਾਈਆਂ, ਟ੍ਰੀਟੀਜ਼ ਦਾ ਮਤਲਬ ਪ੍ਰੋਮਿਸਿਸ, ਵੀ ਸਾਨੂੰ ਆ ਲੈਂਡ ਦੇ ਦਿਓ, ਅਸੀਂ ਤੁਹਾਨੂੰ ਸੋ ਐਂਡ ਸੋ ਦੇਵਾਂਗੇ। ਕਈ ਚੀਜ਼ਾਂ ਕੈਰੀ ਆਊਟ ਹੋਈਆਂ, ਕਈ ਨਹੀਂ ਹੋਈਆਂ। ਐਂਡ ਉਹਦੇ ਨਾਲ ਥੋੜ੍ਹਾ ਜਿਹਾ ਨਾ ਇਹ ਨੇਸ਼ਨ ਇਹ ਆਲਮੋਸਟ ਬ੍ਰੇਕ ਡਾਊਨ ਹੋ ਗਿਆ ਸੀਗਾ। ਐਂਡ ਵਿਦ 2007 ਦੇ ਵਿੱਚ ਗਵਰਨਮੈਂਟ ਨੇ ਇਹਨਾਂ ਤੋਂ ਅਪੋਲੋਜੀ ਵੀ ਮੰਗੀ ਸੀ। ਐਂਡ ਅੱਜ ਦੀ ਡੇਟ ਮੈਂ ਇਹ ਕਹਿ ਸਕਦੀ ਹਾਂ, ਜਿਵੇਂ ਮੈਂ ਪਹਿਲਾਂ ਵੀ ਆਪਾਂ ਨੂੰ ਮੈਂਸ਼ਨ ਕੀਤਾ ਸੀ ਤੁਹਾਨੂੰ, ਵੀ ਸਿਟੀ ਆਫ ਬਰੈਂਪਟਨ ਨੇ ਵੀ ਬਹੁਤ ਆਨਰ ਕਰ ਰਹੇ ਆ। ਦੇਅਰਸ ਅ ਲੋਟ ਆਫ ਵਰਕ, ਬਹੁਤ ਕੰਮ ਹੋ ਰਿਹਾ ਵਾ ਵੀ ਇਹਨਾਂ ਦੀ ਹਿਸਟਰੀ ਗਵਾਚੀ ਨਾ ਜਾਵੇ ਤੇ ਉਹਨੂੰ ਆਨਰ ਕੀਤਾ ਜਾਵੇ। ਜੋ ਆਪਣੇ ਫੋਰ ਫਾਦਰਸ ਤੋਂ ਕੋ ਚੰਗੀਆਂ ਵੀ ਹੋਈਆਂ ਗੱਲਾਂ, ਮਾੜੀਆਂ ਵੀ ਹੋਈਆਂ, ਉਹਨਾਂ ਨੂੰ ਆਪਾਂ ਠੀਕ ਕਰ ਸਕੀਏ। ਐਂਡ ਇਟਸ ਰੀਅਲੀ ਇੰਪੋਰਟੈਂਟ। ਸੋ ਫੈਡਰਲ ਗਵਰਨਮੈਂਟ ਵੀ ਇਹਦੇ ਵੱਲ ਕੋਈ ਕਦਮ ਉਠਾ ਰਹੀ ਹੈ ਕਿ ਇਹਨਾਂ ਦੇ ਜਿਹੜੇ ਇੰਡੀਜੀਨਸ ਪੀਪਲਸ ਨੇ, ਜਾਂ ਆਪਾਂ ਜਿਹਨਾਂ ਨੂੰ ਨੇਟਿਵਸ ਵੀ ਕਹਿੰਦੇ ਆ, ਵੀ ਇਹਨਾਂ ਦਾ ਜਿਹੜਾ ਕਲਚਰ ਹੈ ਜਾਂ ਇਹਨਾਂ ਦਾ ਜਿਹੜਾ ਸੁਭਾਅ ਹੈ ਵੀ ਕੁਦਰਤ ਦੇ ਨਾਲ ਜਿਉਣਾ ਚਾਹੁੰਦੇ ਆ, ਉਹਨੂੰ ਬਚਾਇਆ ਜਾ ਸਕੇ। ਉਹ ਫੈਡਰਲ ਗਵਰਨਮੈਂਟ ਵੀ ਇਹਦੇ ਲਈ ਕੁਝ ਕਰ ਰਹੀ? ਇਹਨਾਂ ਨੂੰ ਪਹਿਲਾਂ ਹੀ ਜਦੋਂ ਇਹਨਾਂ ਦੀ ਟ੍ਰੀਟੀਜ਼ ਕੀਤੀਆਂ ਸੀ, ਇਹਨਾਂ ਨੂੰ ਏਰੀਆਜ਼ ਆਫ ਲੈਂਡ ਦਿੱਤੇ ਗਏ ਸੀ। ਬਟ ਪ੍ਰੋਬਲਮ ਇਹ ਹੈਗੀ ਸੀ ਵੀ ਆਪਾਂ ਸਾਰੇ ਨੋਰਮਲੀ ਆਪਾਂ ਟੈਕਸ ਕੰਟਰੀਬਿਊਟ ਕਰਦੇ ਆ, ਇਹਨਾਂ ਨੂੰ ਟੈਕਸ ਤੋਂ ਐਗਜ਼ੈਂਪਟ ਕਰਤਾ ਪਿਆ ਸੀ। ਮਤਲਬ ਇਹ ਟੈਕਸ ਨਹੀਂ ਭਰਦੇ? ਹਾਂਜੀ, ਦਿੰਦੇ ਨਹੀਂ ਇਹ। ਬਟ ਪ੍ਰੋਬਲਮ ਜਦੋਂ ਟੈਕਸ ਨਹੀਂ ਦਿੰਦੇ, ਵੀ ਜਿਹੜੀਆਂ ਟੈਕਸ ਦੇ ਨਾਲ ਸਰਵਿਸਿਜ਼ ਆਉਂਦੀਆਂ, ਹੈਲਥ, ਐਂਬੂਲੈਂਸ, ਹੈਲਥ ਕੇਅਰ, ਉਹ ਬਹੁਤ ਚੀਜ਼ਾਂ ਇਹਨਾਂ ਤੋਂ ਦੂਰ ਹੋ ਗਈਆਂ ਐਂਡ ਬੜੇ ਔਖੇ ਨਾਲ ਮਿਲਦੀਆਂ ਸੀ। ਸੋ ਜਿਵੇਂ ਹੁਣ ਦੂਰ ਦੂਰ ਆਪਣੇ ਇਹਨਾਂ ਦੇ ਨੇਟਿਵਸ ਦੇ ਜਿਹੜੇ ਹੋਮਸ ਹੈਗੇ ਆ, ਟ੍ਰੀਟੀਜ਼ ਬਣੀਆਂ, ਏਰੀਆਜ਼ ਬਣੇ, ਰਿਜ਼ਰਵਸ ਕਹਿੰਦੇ ਉਹਨਾਂ ਨੂੰ, ਉੱਥੇ ਨਾ ਕਈ ਥਾਵਾਂ 'ਤੇ ਸਾਫ਼ ਪਾਣੀ ਵੀ ਨਹੀਂ ਹੈਗਾ। ਐਂਡ ਜੇ ਕਿਤੇ ਅੱਗ ਲੱਗ ਜਾਂਦੀ ਆ ਤਾਂ ਉੱਥੇ ਐਂਬੂਲੈਂਸ ਪਹੁੰਚਣ ਨੂੰ ਵੀ 2-3 ਘੰਟੇ, ਬੜਾ ਔਖਾ ਸਿਸਟਮ ਆ। ਐਂਡ ਜੌਬਸ ਵੀ ਬੜਾ ਔਖਾ ਇਹਨਾਂ ਦੇ ਵਾਸਤੇ। ਜਦੋਂ ਆਪਾਂ ਨੂੰ ਪਤਾ ਹੈ ਵੀ ਇਹ ਜਿਹੜੀ ਕੰਟਰੀ ਦੇ ਵਿੱਚ ਅਸੀਂ ਪੂਰੀ ਖੁੱਲ੍ਹ ਮਾਣ ਰਹੇ ਹਾਂ ਔਰ ਇੰਜੋਏ ਕਰ ਰਹੇ ਹਾਂ, ਔਰ ਸਾਡੀਆਂ ਪੀੜ੍ਹੀਆਂ ਦੇ ਪੀੜ੍ਹੀਆਂ ਦਾ, ਜਿਵੇਂ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਲਈ ਇੱਕ ਸਵਰਗ ਹੈ,
ਤਾਂ ਜਿਹੜੇ ਇੱਥੋਂ ਦੇ ਵਸਨੀਕ ਹੈ ਜਿਨ੍ਹਾਂ ਦੀ ਇੱਕ ਕੰਟਰੀ ਕਹਿ ਸਕਦੇ ਹਾਂ ਆਪਾਂ, ਤਾਂ ਉਹਨਾਂ ਲਈ ਫਿਰ ਫੈਡਰਲ ਗੌਰਮੈਂਟ ਦਾ ਇਸ ਤਰ੍ਹਾਂ ਦਾ ਰਵੱਈਆ ਕਿਉਂ ਹੈ? ਜੇ ਉਹ ਚਲੋ ਠੀਕ ਹੈ ਟੈਕਸ ਨਹੀਂ ਵੀ ਦਿੰਦੇ, ਪਰ ਫਿਰ ਵੀ ਕਿਤੇ ਨਾ ਕਿਤੇ ਕੰਟਰੀ ਤਾਂ ਫਿਰ ਵੀ ਉਹਨਾਂ ਦੀ ਹੈ ਨਾ, ਤਾਂ ਉਹਨਾਂ ਲਈ ਇਸ ਤਰ੍ਹਾਂ ਦਾ ਰਵੱਈਆ, ਮਤਲਬ ਜੇ ਤੁਸੀਂ ਪਾਣੀ ਸਾਫ਼ ਨਹੀਂ ਹੈ, ਤੁਸੀਂ ਕਹਿ ਰਹੇ ਹੋ ਐਂਬੂਲੈਂਸਿਸ ਜਾਂ ਹੋਰ ਪੁਲਿਸ ਦੀ ਕੋਈ ਸਰਵਿਸ ਨਹੀਂ ਨਜ਼ਰ ਆ ਰਹੀ, ਤਾਂ ਫਿਰ ਉੱਥੇ ਕਿਵੇਂ ਉਹ ਹੋਰ ਸਰਵਾਈਵ ਕਿਸ ਤਰ੍ਹਾਂ ਕਰ ਰਹੇ ਹੈ? ਐਕਚੁਅਲੀ ਨਾ ਇਹ ਹਿਸਟਰੀ ਦੀ ਗੱਲ ਆ। ਜੇ ਆਪਾਂ ਹਿਸਟਰੀ ਬੈਕ ਚੱਲ ਜਾਈਏ ਟੂ 1867 ਜਦੋਂ ਵੀ ਇਹ ਸਾਰਾ ਕੁਝ ਹੋਇਆ ਸੀਗਾ, 1871 ਇਹਨਾਂ ਨੇ ਟ੍ਰੀਟੀ ਸਾਈਨ ਕੀਤੀਆਂ ਸੀ 1871 ਤੇ 1921 ਦੇ ਵਿੱਚ, ਐਂਡ ਬਹੁਤ ਪ੍ਰੋਮਿਸਿਸ ਇਹਨਾਂ ਨੂੰ ਬਣਾਏ ਗਏ ਸੀ, ਐਂਡ ਅੱਧੇ ਆਨਰ ਹੋਏ, ਅੱਧੇ ਨਹੀਂ ਆਨਰ ਹੋਏ, ਐਂਡ ਆਈ ਥਿੰਕ ਉਦੋਂ ਇਹ ਟੁੱਟ ਚੁੱਕੇ ਸੀ। ਕਿਉਂਕਿ ਇਹ ਜਿਵੇਂ ਕਹਿੰਦੇ ਸੀ ਵੀ ਆਪਾਂ ਇੰਨੀ ਬਿਲਡਿੰਗਸ ਨਹੀਂ ਕਰਨੀਆਂ, ਇੰਫਰਾਸਟਰਕਚਰਸ ਨਹੀਂ ਚਾਹੁੰਦੇ ਸੀ, ਇਹਨਾਂ ਨੂੰ ਸੀਗਾ ਵੀ ਲੈਂਡ ਐਜ਼ ਇਜ਼ ਰਹਿਣ ਦਿਓ, ਐਂਡ ਆਪਾਂ ਕਿੰਨਾ ਡਿਵੈਲਪ ਕਰ ਲਿਆ ਕੰਟਰੀ ਨੂੰ। ਸੋ ਬਹੁਤ ਚੀਜ਼ਾਂ ਇਹਨਾਂ ਦੇ ਰੂਲਸ ਐਂਡ ਵੇ ਆਫ ਲਾਈਫ ਐਂਡ ਇਹਨਾਂ ਦੀ ਰਿਲੀਜੀਅਸ ਪ੍ਰੈਕਟਿਸਿਸ, ਕਲਚਰਲ ਪ੍ਰੈਕਟਿਸਿਸ ਦੇ ਅਗੇਂਸਟ ਸੀਗੀਆਂ, ਤਾਂ ਹੀ ਇਹ ਕਹਿੰਦੇ ਸੀ ਸਾਨੂੰ ਸਾਡੇ ਆਪਦੇ ਏਰੀਏ ਦੇ ਦਿਓ। ਹੁਣ ਏਰੀਏ ਤਾਂ ਇਹਨਾਂ ਨੂੰ ਦੇਤੇ, ਬਟ ਜਿਹੜੀਆਂ ਨਾਲ ਫੈਸਿਲਿਟੀਜ਼ ਆ ਉਹ ਡਿਫਰੈਂਟ ਰਹਿ ਗਈਆਂ, ਉੱਥੇ ਫਾਲ ਸ਼ੋਰਟ ਰਹਿ ਗਏ, ਐਂਡ ਉਹ ਵੀ ਆਲਮੋਸਟ ਜਦੋਂ ਇਹ ਕੀਤਾ ਕਰਾਇਆ ਸਾਰਾ ਕੁਝ, ਉਹ ਗਲਤੀ ਹੋ ਗਈ। ਕਿਉਂਕਿ ਜੇ ਆਪਾਂ ਸਾਰੇ ਐਕਸੈਲ ਕਰ ਸਕਦੇ ਹਾਂ, ਇਹਨਾਂ ਨੂੰ ਵੀ ਨਾਲ ਦੀ ਨਾਲ ਕਰਨਾ ਚਾਹੀਦਾ। ਇਨ ਮਾਈ ਮਾਈਂਡ ਆਪਾਂ ਨੂੰ ਇਹਨਾਂ ਨੂੰ ਆਨਰ ਕਰਨਾ ਚਾਹੀਦਾ, ਤੇ ਆਪਾਂ ਇੱਕ ਪ੍ਰਿਵਿਲੇਜ ਮੰਨਣੀ ਚਾਹੀਦੀ ਵੀ ਆਪਾਂ ਵੀ ਇੱਥੇ ਤਾਂ ਬੈਠੇ ਹਾਂ ਕਿਉਂਕਿ ਇਹਨਾਂ ਨੇ ਮੌਕਾ ਦਿੱਤਾ, ਇਹਨਾਂ ਨੇ ਕਿਹਾ ਸ਼ੋਰ ਯੂ ਕੈਨ ਯੂਜ਼ ਦਿਸ ਪਲੇਸ, ਸ਼ੋਰ ਯੂ ਕੈਨ ਡਿਵੈਲਪ ਇਟ, ਸ਼ੋਰ ਵਿਲ ਹੈਲਪ ਯੂ, ਸ਼ੋਰ ਵੀ ਗੋਇੰ ਟੂ ਵਰਕ ਵਿਦ ਯੂ, ਐਂਡ ਆਪਾਂ ਨੂੰ ਵੀ ਉਹ ਚੀਜ਼ ਨੂੰ ਰਿਸਪੈਕਟ ਕਰਨਾ ਚਾਹੀਦਾ। ਬਿਲਕੁਲ। ਸੋ ਹੁਣ ਇਤਿਹਾਸ ਤੋਂ ਬਾਅਦ ਹੁਣ ਅੱਜ ਦੀ ਗੱਲ ਕਰਦੇ ਹਾਂ, ਤਾਂ ਹੁਣ ਜਦੋਂ ਤੁਸੀਂ ਇਨਫਰਾਸਟਰਕਚਰ ਦੀ ਗੱਲ ਕੀਤੀ ਆ, ਬਿਲਡਿੰਗਸ ਹੋ ਗਈਆਂ, ਬਹੁਤ ਸਾਰੇ ਵੱਡੇ ਵੱਡੇ ਸ਼ਾਪਿੰਗ ਮਾਲਸ ਆ ਸਾਡੇ ਲਈ, ਔਰ ਅਸੀਂ ਫੁੱਲ ਇੰਜੋਏ ਕਰ ਰਹੇ ਹਾਂ ਪੂਰੀ, ਮਤਲਬ ਅਸੀਂ ਕਹਿਣ ਦਾ ਮਤਲਬ ਇਹ ਹੈ ਵੀ ਜੇ ਮੈਂ ਪੰਜਾਬ ਦੀ ਗੱਲ ਕਰਾਂ, ਅਸੀਂ ਉੱਥੇ ਸਾਡੇ ਲਈ ਕੁਝ ਚੀਜ਼ਾਂ ਸੁਪਨਾ ਹੀ ਰਹਿ ਜਾਂਦੀਆਂ, ਕਿ ਸੁਪਨਾ ਲੈਣਾ ਕਿ ਸਾਡੇ ਕੋਲ ਕਾਰ ਹੋਵੇ, ਸਾਡੇ ਕੋਲ ਇੱਕ ਚੰਗਾ ਘਰ ਹੋਵੇ, ਉੱਥੇ ਸੁਪਨਾ ਬਣਿਆ ਰਹਿ ਜਾਂਦਾ। ਲੇਕਿਨ ਇੱਥੇ ਤੁਸੀਂ ਮਿਹਨਤ ਕਰਕੇ ਮਹਿੰਗੀ ਤੋਂ ਮਹਿੰਗੀ ਗੱਡੀ ਲੈ ਸਕਦੇ ਆ, ਮਿਹਨਤ ਕਰਕੇ ਤੁਸੀਂ ਵੱਡਾ ਘਰ ਲੈ ਸਕਦੇ ਆ, ਔਰ ਜਿੰਨੀਆਂ ਵੀ ਜਿਹੜੀਆਂ ਦੁਨਿਆਵੀ ਚੀਜ਼ਾਂ ਜੁੜੀਆਂ ਹੋਈਆਂ ਉਹ ਤੁਸੀਂ ਪ੍ਰਾਪਤ ਕਰ ਸਕਦੇ, ਲੈ ਸਕਦੇ ਆ। ਸੋ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ, ਜਾਂ ਫਿਰ ਪੋਲੀਟਿਕਸ ਵੱਲ ਮੈਂ ਥੋੜ੍ਹਾ ਜਿਹਾ ਲੈ ਕੇ ਆ ਰਿਹਾ ਕਿ ਸਾਡੀ ਪੋਲੀਟਿਕਸ ਦੇ ਵਿੱਚ ਕਿਉਂਕਿ ਤੁਹਾਡਾ ਜਿਹੜਾ ਨਜ਼ਰੀਆ ਹੈ ਉਹ ਪੋਜ਼ੀਟਿਵ ਚੱਲ ਰਿਹਾ, ਪਰ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜਿਹੜਾ ਪੰਜਾਬ ਦਾ ਜਾਂ ਇੰਡੀਆ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ, ਉਹ ਸਾਡੀ ਇੱਥੋਂ ਦੀ ਪੋਲੀਟਿਕਸ ਦੇ ਬਾਰੇ ਵੀ ਕਈ ਵਾਰੀ ਸਵਾਲ ਖੜੇ ਕਰਦਾ ਕਿ ਜਿਹੜਾ ਜਿਹੋ ਜਿਹੀ ਪੋਲੀਟਿਕਸ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਚੱਲਦੀ ਸੀ, ਉਹਦਾ ਜਿਹੜਾ ਕਿਤੇ ਨਾ ਕਿਤੇ ਰਿਫਲੈਕਸ਼ਨ ਜਿਹੜੀ ਕੈਨੇਡਾ ਦੇ ਵਿੱਚ ਵੀ ਚਲੀ ਗਈ ਹੈ। ਤੁਸੀਂ ਕੀ ਮਹਿਸੂਸ ਕਰਦੇ ਹੋ ਇਹਦੇ ਬਾਰੇ? It's a great question, to be very honest with you. Recently ਜਦੋਂ ਇਲੈਕਸ਼ਨ ਆਪਾਂ ਕੀਤਾ ਸੀ, ਸੋ ਆਪਾਂ ਪਹਿਲਾਂ ਨਹੀਂ ਗੱਲ ਕਰ ਰਹੇ ਸੀ ਵੀ ਜਦੋਂ ਕੋਈ ਕੰਟਰੀ ਛੱਡ ਕੇ ਆਉਂਦਾ, ਆਪਣੇ ਥੋੜੇ ਜਿਹੇ ਮਾਈਂਡਸੈਟ, ਆਈਡੀਆਜ਼ ਐਂਡ ਥਾਟਸ, ਮਤਲਬ ਆਪਣਾ ਕਲਚਰ ਨਾਲ ਲੈ ਕੇ ਆਉਂਦੇ ਆ। ਆਈਡੀਆਜ਼ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਐਂਡ ਉਹੀ ਇੱਥੇ ਅਲੱਗ-ਅਲੱਗ ਚੀਜ਼ਾਂ ਆ ਚੁੱਕੀਆਂ, ਬਟ ਆਪਾਂ ਨੂੰ ਐਜ਼ ਅ ਹੋਲ ਕਮਿਊਨਿਟੀ, ਨਾਟ ਜਸਟ ਵਨ ਕਮਿਊਨਿਟੀ, ਸਾਰਿਆਂ ਨੂੰ ਇੱਕ ਗੱਲ ਰੈਕਗਨਾਈਜ਼ ਕਰਨ ਦੀ ਲੋੜ ਆ ਵੀ ਇਹ ਕੰਟਰੀ ਸਕਸੈਸਫੁਲ ਤਾਂ ਵਾ ਕਿਉਂਕਿ ਇਹ ਡੈਮੋਕ੍ਰੈਟਿਕ ਨੇਸ਼ਨ ਆ, ਇਹ ਓਪਨ ਆ ਸਾਰਿਆਂ ਦੇ ਵਾਸਤੇ, ਇਹ ਵੂਮਨ ਨੂੰ ਵੀ ਉਹ ਰਾਈਟ ਦਿੰਦੀਆਂ, ਮੈਨ ਨੂੰ ਵੀ ਉਹ ਰਾਈਟ ਦਿੰਦੀਆਂ। ਐਂਡ ਐਜ਼ ਅ ਗਰਲ ਆਈ ਹੈਡ ਐਨ ਓਪਰਚੁਨਿਟੀ ਟੂ ਰਨ ਇਨ ਅ ਫੈਡਰਲ ਇਲੈਕਸ਼ਨ। ਮੈਨੂੰ ਨਹੀਂ ਪਤਾ ਇੰਡੀਆ ਦਾ ਕਿਵੇਂ ਹੋਣਾ, ਹੋਰ ਕੰਟਰੀਜ਼ ਕਿਵੇਂ ਹੋ ਸਕਦਾ ਸੀ, ਵੁੱਡ ਹੈਵ ਬੀਨ ਡਿਫਿਕਲਟ ਔਰ ਈਜ਼ੀਅਰ। ਇੱਥੇ ਸੀਮਲੈਸ ਸੀਗਾ ਇਨ ਸੋ ਮੈਨੀ ਵੇਜ਼, ਐਂਡ ਇੱਥੇ ਸਪੋਰਟ ਵੀ ਬਹੁਤ ਡਿਫਰੈਂਟ ਜਾਣਿਆਂ ਨੇ ਕੀਤੀ, ਐਂਡ ਉਹ ਚੀਜ਼ਾਂ ਆ ਵੀ ਗਈਆਂ ਇੱਥੇ। ਆਈ ਵਿਲ ਸੇ ਦੈਟ, ਬਟ ਆਈ ਥਿੰਕ ਜਦੋਂ ਨਾ ਤੁਸੀਂ ਪੋਲੀਟਿਕਸ ਦੀ ਗੱਲ ਕਰਦੇ ਆ, ਜੇ ਤੁਸੀਂ ਆਪਦੇ ਆਪ ਨੂੰ ਸਟਰੋਂਗ ਇਨਫ ਬਣਦੇ ਆ ਵੀ ਮੈਂ ਆਪਦਾ ਨਾਂ ਇੱਥੇ ਪਾਉਣਾ ਤੇ ਮੈਨੂੰ ਵੋਟ ਚਾਹੀਦੀ ਹੈ ਨਾ, ਉਹਦੇ ਨਾਲ ਚੰਗਾ ਵੀ ਬੜਾ ਹੁੰਦਾ, ਮਾੜਾ ਵੀ ਬੜਾ ਹੁੰਦਾ। ਲੋਕਾਂ ਨੇ ਬੜੇ ਅਲੱਗ ਕੁਐਸਚਨ ਕਰਨੇ ਆ, ਤੁਹਾਨੂੰ ਬੜਾ ਕੁਝ ਕਹਿਣਾ, ਤੁਹਾਨੂੰ ਆਪਦੇ ਆਪ ਨੂੰ ਪਬਲਿਕ ਲਾਈਫ ਵਾਸਤੇ ਨਾ ਪ੍ਰਪੇਅਰ ਕਰਨਾ ਚਾਹੀਦਾ। ਬਿਲਕੁਲ। ਜੇ ਤੁਸੀਂ ਇੱਕ ਗੱਲ ਦੇ ਇਸ਼ੂ ਲੈਣਾ ਵੀ ਇਹ ਨਹੀਂ ਉਹ ਨਹੀਂ, ਫਿਰ ਆਪਾਂ ਗਾ ਨਹੀਂ ਜਾ ਸਕਦੇ। ਮੀਂਹ ਨੇ ਪੈਣਾ ਵਾ, you have to get yourself an umbrella and walk through the rain, that's it। and ਜੇ ਤੁਸੀਂ ਨਹੀਂ ਤਾਂ ਫਿਰ ਤੁਸੀਂ ਘਰੇ ਬੈਠੋ ਤੇ ਮੀਂਹ ਨੂੰ ਦੇਖੋ and good night, right? ਤੁਸੀਂ ਸਿਰਫ ਘਰੇ ਬੈਠ ਕੇ ਇੰਜੋਏ ਕਰੋ। ਹਾਂ, because ਜੇ ਆਪਾਂ ਕਹੀਏ ਨਾ ਵੀ ਉਹ ਬੰਦ ਕਰਨ, ਦੇਖੋ ਜਿਹਨੇ ਨਾ ਆਪਦਾ ਕੰਮ ਕਰਨਾ ਉਹ ਸ਼ੋਰ 'ਚ ਵੀ ਕਰ ਲੈਂਦਾ। when I was in law school, ਅਸੀਂ ਨਾ 7 roommates ਸੀਗੇ ਇੱਕ ਫਲੈਟ ਦੇ ਵਿੱਚ ਰਹਿੰਦੇ, ਐਂਡ ਕਈ ਸਟੂਡੈਂਟਸ ਲਾਊਡ ਬੜੇ ਹੁੰਦੇ ਆ। ਸਾਡਾ law requires a lot of reading, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, right? ਸੋ ਛੋਟੇ ਕਮਰੇ ਹੁੰਦੇ ਸੀ ਸਾਡੇ, ਐਂਡ I would say to the girl next door that ਉਹ ਗਿਟਾਰ ਪਲੇ ਕਰਦੀ ਸੀ ਰਾਤ ਨੂੰ, ਕਦੇ in the middle of the night ਉਹਨੇ ਉੱਠ ਕੇ ਗਿਟਾਰ ਪਲੇ ਕਰਨ ਲੱਗ ਜਾਣਾ। I have to get up early in the morning। ਸੋ ਫਿਰ ਮੈਂ ਨਾ ਆਪਦੇ ਵਾਸਤੇ ਨਾ ਈਅਰ ਪਲੱਗਸ ਲੈ ਆਈ, ਮੈਂ ਬੜੇ ਲੈ ਕੇ ਆਈ। I think ਮੈਂ ਨਾ probably $100 ਦੇ ਈਅਰ ਪਲੱਗਸ ਹੀ ਲੈ ਕੇ ਆਉਂਦੇ, ਐਂਡ ਮੈਂ 2-3 ਲਾ ਲੈਣੇ। ਉਹ ਜਿੰਨਾ ਮਰਜ਼ੀ ਉਹ ਲਾਊਡ ਸੀ, ਹੋਰ ਸਾਰਿਆਂ ਨੂੰ ਸੁਣੀ ਜਾਣਾ, ਮੈਨੂੰ ਸੁਣਨਾ ਦਾ ਹਟ ਗਿਆ ਤੇ ਮੈਂ ਆਪਦਾ ਪੜ੍ਹੀ ਗਈ। ਸੋ ਇਹ ਆਪਦੇ ਤੇ ਆ। ਹਾਂ, ਬਟ ਤੁਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ? ਐਂਡ ਦੇਖੋ
ਸਾਰਿਆਂ ਨੇ ਬੜਾ ਕੁਝ ਕਹਿਣਾ ਬਿਕਾਜ਼ ਉਹ ਮਾਈਂਡਸੈਟ ਆ ਜੀ ਬਿਕਾਜ਼ ਆਪਣੀ ਹਜੇ ਕੰਟਰੀ ਬਹੁਤ ਯੰਗ ਆ ਉਹ ਜਨਰੇਸ਼ਨ ਨੂੰ ਹਜੇ ਇੰਨਾ ਟਾਈਮ ਨਹੀਂ ਹੋਇਆ 40 years is not lot ਜੀ ਰਾਈਟ ਬਿਕਾਜ਼ ਜਿਹਨੇ 20 years ਉੱਥੇ ਅਪਬ੍ਰਿੰਗਿੰਗ ਕੀਤੀ ਉਹਨੇ ਦੇਖਿਆ ਵਾ ਉਹ ਬੜਾ ਕੁਝ ਇੱਥੇ ਲੈ ਕੇ ਆਉਂਦਾ ਇੱਕ ਪਹਿਲਾਂ ਤੁਸੀਂ ਨਵੀਂ ਕੰਟਰੀ ਤੇ ਆਉਂਦੇ ਆ ਫਿਰ ਤੁਸੀਂ ਆਪਦੇ ਵੇਜ਼ ਉੱਥੇ ਯੂਜ਼ ਕਰਦੇ ਫਿਰ ਤੁਸੀਂ ਪ੍ਰੋਬਬਲੀ 34 years ਨਵੇਂ ਗੱਲਾਂ ਸਿੱਖਦੇ ਆ ਫਿਰ ਤੁਸੀਂ ਰੀਅਲਾਈਜ਼ ਕਰਦੇ ਆ ਆਈਵ ਡਨ ਦਿਸ ਰੋਂਗ ਆਈ ਨੀਡ ਟੂ ਸਟਾਪ ਠੀਕ ਹੈ ਨਾ ਐਂਡ ਜੇ ਆਪਾਂ ਉਹਨਾਂ ਨੂੰ ਕਾਲ ਆਊਟ ਕਰੀ ਜਾਈਏ ਇਟਸ ਇੰਪੋਰਟੈਂਟ ਟੂ ਕਾਲ ਦਮ ਆਊਟ ਆਈ ਐਗਰੀ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਇਹ ਕੰਮ ਨਾ ਕਰੋ ਔਰ ਉਹ 'ਤੇ ਲਾਈਟ ਲੈ ਕੇ ਆਉਣੀ ਚਾਹੀਦੀ ਆ ਪਰ ਜੇ ਆਪਾਂ ਐਕਟਿਵਲੀ ਆਪਦਾ ਕੰਮ ਰੋਕ ਕੇ ਉਹਨਾਂ ਦੇ ਪਿੱਛੇ ਪੈ ਜਾਈਏ ਨਾ ਫਿਰ ਤਾਂ ਕੁਛ ਹੀ ਨਾ ਹੋਵੇ ਐਂਡ ਆਪਾਂ ਨੂੰ ਪੋਜ਼ਿਟਿਵ ਗੱਲ ਇਹ ਰੈਕਗਨਾਈਜ਼ ਕਰਨੀ ਚਾਹੀਦੀ ਹੈ ਵੀ ਆਪਾਂ ਇੱਥੇ ਫੋਰਨ ਲੈਂਡ ਦੇ ਵਿੱਚ ਬੈਠੇ ਆ ਐਂਡ ਵੀਵ ਮੇਡ ਇਟ ਹੋਮ ਵੀਵ ਸਕਸੀਡਡ ਸੋ ਮਚ ਐਂਡ ਵੀ ਕੰਟੀਨਿਊ ਟੂ ਗਰੋ ਐਂਡ ਆਪਾਂ ਇਸ ਤੋਂ ਵੱਧ ਵੀ ਆਪਾਂ ਵਧਣਾ ਵਾ ਐਂਡ ਜੇ ਆਪਾਂ ਛੋਟੀਆਂ ਚੀਜ਼ਾਂ ਆਪਾਂ ਇਹਨਾਂ ਨੂੰ ਲੈ ਕੇ ਬਹਿ ਗਏ ਨਾ ਦੇਰ ਇਜ਼ ਨੋ ਵੇ ਵੀ ਆਪਾਂ ਨੂੰ ਪੋਲਿਟਿਕਸ ਕਿਸੇ ਨੇ ਥਾਂ ਦੇਣਾ ਬਿਕਾਜ਼ ਉਹ ਗੇਮ ਬਹੁਤ ਫਾਸਟ ਆ ਬਿਲਕੁਲ ਇਟ ਮੂਵਸ ਸੋ ਫਾਸਟ ਜਦੋਂ ਆਪਾਂ ਖਾਸ ਕਰਕੇ ਮੈਂ ਪੰਜਾਬੀਆਂ ਦੀ ਗੱਲ ਕਰਦਾ ਔਰ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਆ ਜਿਨ੍ਹਾਂ ਦੇ ਆਪਾਂ ਨਾਮ ਨਹੀਂ ਵੀ ਲੈਂਦੇ ਵਜ਼ਾਰਤ ਦੇ ਵਿੱਚ ਆ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਮੰਤਰੀ ਵੀ ਨੇ ਸਾਡੇ ਵੱਡੇ ਕੌਂਸਲਰ ਵੀ ਆ ਜਾਂ ਐਮਪੀਜ਼ ਵਗੈਰਾ ਬਹੁਤ ਕੁਛ ਆ ਚਾਹੇ ਵੈਨਕੂਵਰ ਦੀ ਗੱਲ ਕਰੀਏ ਅਲਬਰਟਾ ਦੀ ਗੱਲ ਕਰੀਏ ਅਸੀਂ ontario ਦੀ ਗੱਲ ਕਰੀਏ ਸੋ ਪੋਲਿਟਿਕਸ ਦੇ ਵਿੱਚ ਜਦੋਂ ਜਿਵੇਂ ਹੁਣ ਤੁਸੀਂ ਵੀ ਚੋਣ ਲੜੀ ਹੈ ਫੈਡਰਲ ਇਲੈਕਸ਼ਨ ਤੁਸੀਂ ਪਿਛਲੀ ਲੜੀ ਹੈ ਉਦੋਂ ਜਦੋਂ ਮੈਨੀਫੈਸਟੋ ਦੀ ਗੱਲ ਕਰਦੇ ਕਿ ਸਾਡਾ ਮੈਨੀਫੈਸਟੋ ਇਹ ਰਹੇਗਾ ਸਾਡੇ ਇਹ ਵਾਅਦੇ ਨੇ ਸਾਡੇ ਜਦੋਂ ਜਿੱਤ ਜਾਂਦੇ ਨੇ ਤੁਸੀਂ ਤੁਹਾਡਾ ਮੈਂ ਪੁਆਇੰਟ ਨਜ਼ਰੀਆ ਦੇਖਣਾ ਚਾਹਣਾ ਕਿ ਜਦੋਂ ਜਿੱਤ ਜਾਂਦੇ ਆ ਤਾਂ ਉਦੋਂ ਕੀ ਉਹ ਸਾਰੇ ਦੇ ਸਾਰੇ ਕੰਮ ਜਿਹੜੇ ਕਹੇ ਜਾਂਦੇ ਆ ਵੋਟਾਂ ਤੋਂ ਪਹਿਲਾਂ ਕਿ ਉਹ ਕਰਦੇ ਆ ਕਿਉਂਕਿ ਸਿਰਫ ਮੈਂ ਇੱਕ ਹਵਾਲਾ ਦੇਵਾਂਗਾ ਆਟੋ ਇੰਸ਼ੋਰੈਂਸ ਦਾ ਔਰ ਆਟੋ ਇੰਸ਼ੋਰੈਂਸ ਨੇ ਖਾਸ ਕਰਕੇ ਬਰੈਂਪਟਨ ਦੀ ਗੱਲ ਕਰਾਂ ਲੋਕਾਂ ਦੀ ਪੂਰੀ ਜਿਹੜੀ ਹੈ ਜਾਨ ਕੱਢੀ ਹੋਈ ਹੈ ਔਰ ਸਾਡੇ ਜਿੰਨੇ ਵੀ ਪੋਲੀਟੀਸ਼ੀਅਨਸ ਹੈ ਔਰ ਜਿੰਨੇ ਵੀ ਚਾਹੇ ਮੈਂ ਗੱਲ ਇਸ ਟਰਮ ਦੀ ਨਹੀਂ ਗੱਲ ਕਰਦਾ ਪਿਛਲੀਆਂ ਟਰਮਸ ਦੀ ਵੀ ਗੱਲ ਕਰਦਾ ਉਹ ਲੜੀ ਬਾਰੇ ਹੀ ਕਹਿੰਦੇ ਆ ਰਹੇ ਕਿ ਮੈਂ ਇੰਨੇ % ਖਤਮ ਕਰਵਾ ਦੂੰਗਾ ਇਹ ਕਰ ਦੂੰਗਾ ਲੇਕਿਨ ਉਸ ਜੇ ਆਟੋ ਇੰਸ਼ੋਰੈਂਸ ਦੇ ਹਵਾਲੇ ਨਾਲ ਗੱਲ ਕਰਾਂ ਕਿ ਕਦੇ ਵੀ ਕੁਛ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਉਂਦਾ ਇਹ ਕਿਉਂ ਹੈ ਕਿ ਜਦੋਂ ਵੋਟਾਂ ਤੋਂ ਪਹਿਲਾਂ ਕੁਝ ਹੋਰ ਤੇ ਵੋਟਾਂ ਜਿੱਤਣ ਤੋਂ ਬਾਅਦ ਕਿਉਂ ਚੇਂਜ ਹੋ ਜਾਂਦਾ ਸਾਰਾ ਸਿਸਟਮ ਕੀ ਇਹ ਸਾਡੇ ਪੰਜਾਬ ਦੀ ਪੋਲਿਟਿਕਸ ਹੈ ਉਹਦੀ ਰਿਫਲੈਕਸ਼ਨ ਸਿੱਧੇ ਤੌਰ ਤੇ ਤਾਂ ਨਹੀਂ ਅਸਰ ਕਰ ਰਹੀ So just to give you a little bit of insight ਥੋੜੀ ਜਿਹੜੀ ਆਟੋ ਇੰਸ਼ੋਰੈਂਸ ਦੀ ਗੱਲ ਹੈ April 2020 ਦੇ ਵਿੱਚ ਜਿਹੜੀ ਆਪਣਾ ਮੇਅਰ ਉਹਨਾਂ ਨੇ ਲੈਟਰ ਪਾਇਆ ਸੀਗਾ ਟੂ ਦ ਪ੍ਰੋਵਿੰਸ਼ੀਅਲ ਗਵਰਨਮੈਂਟ ਉਹਨਾਂ ਨੇ ਪੈਂਡੈਮਿਕ ਦੇ ਵਿੱਚ ਨਾ ਪ੍ਰੋਮਿਸ ਕੀਤਾ ਆਪਾਂ ਨੂੰ ਆਈ ਥਿੰਕ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਟੂ ਆਟੋ ਇੰਸ਼ੋਰੈਂਸ ਕੰਪਨੀਜ਼ ਦੇ ਡਿਡ ਰਾਈਟ ਟੂ them I think about 15% rebate ਮਿਲਣੇ ਚਾਹੀਦੇ ਆ ਦੇਖਣੇ ਚਾਹੀਦੇ ਆ ਐਂਡ ਇਹ ਗੱਲ ਤੁਹਾਡੀ ਬੜੀ it's 100% true we auto insurance in Brampton why is it so high and it stems from so many different things ithe auto insurance accidents ਵੀ ਕਾਫੀ ਹੁੰਦੇ ਆ so almost it's like a risk area ਨਹੀਂ ਪਰ ਮੈਂ ਇਸ ਚੀਜ਼ ਨੂੰ ਮੰਨਣ ਲਈ ਤੇ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਸਿਰਫ ਮੈਂ ਆਟੋ ਇੰਸ਼ੋਰੈਂਸ ਦਾ ਇੱਕ ਜਸਟ ਇੱਕ ਐਗਜ਼ਾਮਪਲ ਲਈ ਹੈ ਪਰ ਬਹੁਤ ਸਾਰੀਆਂ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਤੁਸੀਂ ਵੀ ਜਾਣਦੇ ਹੋ ਕਿਉਂਕਿ ਮੇਰੇ ਤੋਂ ਵੱਧ ਤੁਸੀਂ ਇਸ ਲਈ ਜਾਣਦੇ ਹੋ ਤੁਹਾਡਾ ਕਿੱਤਾ ਇੱਕ ਲਾਇਰ ਦੇ ਤੌਰ ਤੇ ਹੈ ਤੇ ਉਹਨਾਂ ਚੀਜ਼ਾਂ ਨੂੰ ਮੈਂ ਜਾਣਨਾ ਚਾਹਣਾ ਕਿ ਵੋਟਾਂ ਜਿੱਤਣ ਤੋਂ ਪਹਿਲਾਂ ਪੋਲੀਟੀਸ਼ੀਅਨਸ ਦਾ ਰਵੱਈਆ ਲੋਕਾਂ ਲਈ ਕੀ ਹੁੰਦਾ ਔਰ ਜਿੱਤਣ ਤੋਂ ਬਾਅਦ ਇੱਕਦਮ ਚੇਂਜ ਹੋ ਜਾਣਾ ਜਾਂ ਇਹ ਕਹਿ ਲਓ ਕਿ ਜਿਹੜੇ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਹੈ ਜਾਂ ਵੱਡੇ ਬਿਜ਼ਨਸਮੈਨ ਆ ਉਹਨਾਂ ਦੇ ਅੰਡਰ ਤਾਂ ਨਹੀਂ ਕਿਤੇ ਆ ਜਾਂਦੇ No, I don't think so because ਮੈਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਸਿਰਫ ਮੇਰਾ ਇੱਕ ਸਵਾਲ ਹੈ No, I'm in agreement with you and actually ਜਿਹੜੀ ਆਪਾਂ ਕਹਿੰਦੇ ਨਾ elections votes and all that ਇਹ ਨਾ every day ਜਿਹੜਾ ground work ਆ ordinary citizen ਨੇ every day ਜਿਹੜਾ 9 to 5 job ਕਰਦਾ ਜਿਹਦੀ ਫੈਮਿਲੀ ਆ ਉਹਨੇ ਪਾਉਣੀ ਆ ਉਹਦੀ ਵੋਟ ਹੀ ਕਾਊਂਟ ਕਰਦੀ ਆ ਮੈਂ ਵੀ ਬਹੁਤ ਡੋਰ ਨਾਕਿੰਗ ਕੀਤੀ ਆ ਸੋ ਮੈਂ ਤੁਹਾਨੂੰ ਇਹ ਦੱਸ ਸਕਦੀ ਆ ਜਦੋਂ ਤੁਸੀਂ ਜਾ ਕੇ ਉਹਨਾਂ ਨਾਲ ਕਨੈਕਟ ਕਰਦੇ ਨਾ they realize that they will vote for you and ਜਿਹੜੇ ਤੁਸੀਂ ਕਹਿੰਦੇ ਵੀ ਆਪਾਂ promises ਕੀਤੇ ਆ ਜਿਹੜੀ ਹੁਣੇ ਇਲੈਕਸ਼ਨ ਹੋਇਆ ਨਾ it was unreal reason I say that is because 5 ਮਹੀਨੇ ਬਾਅਦ ਪੈਂਡੈਮਿਕ ਆ ਗਿਆ ਹਾਂ ਬਿਲਕੁਲ and I will say ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਸਾਰੇ ਤਿੰਨੇ ਗਵਰਨਮੈਂਟਸ ਜੀ ਡਿਲੀਵਰ ਕਰ ਰਹੇ ਆ ਨਾ ਹੁਣ ਬਹੁਤ ਅੱਛਾ ਹੁਣ almost Doug Ford I heard went personally to pick up masks and drop them off ਜੀ I don't know any other premier that is doing that ਨਹੀਂ ਬਹੁਤ ਵੱਡੀ ਗੱਲ ਹੈ and ਇਹ ਬੜੀ ਵੱਡੀ ਗੱਲ ਆ ਜੀ and schools ਦੇ ਵਿੱਚ iPads ਦਿੱਤੇ ਬੱਚਿਆਂ ਨੂੰ to deliver at home so they can do their work ਬੜੀ ਅਲੱਗ-ਅਲੱਗ ਸੋਰਸਿਸ ਪਾ ਰਹੇ ਆ ਇਹ ਮੈਂਟਲ ਹੈਲਥ ਦੇ ਵਾਸਤੇ ਵੀ ਬੜਾ ਕੁਝ ਲਾ ਰਹੇ ਆ ਜੂਨ 15th ਗਵਰਨਮੈਂਟ ਨੇ ਅਨਾਉਂਸ ਕੀਤਾ ਵੀ ਆਪਾਂ ਫੂਡ ਸਰਪਲਸ ਦਾ ਕੋਈ ਮਨੀ ਦੇਣੀ ਆ ਫॉर ਫੰਡਿੰਗ ਫॉर ਫੂਡ ਸਰਪਲਸ ਸੋ ਬੜਾ ਕੁਝ ਚੱਲ ਰਿਹਾ ਵਾ ਐਂਡ ਜੇ ਆਪਾਂ ਨਾ ਥੋੜਾ ਜਿਹਾ ਇਹ ਵੱਡੀਆਂ ਜੇ ਆਪਾਂ ਨੂੰ ਕੋਈ 10 ਚੀਜ਼ਾਂ ਕਹਿ ਗਿਆ ਆਪਾਂ ਹੁਣੇ ਐਬੋਰੀਜਨਲਸ ਦੀ ਗੱਲ ਕਰ ਰਹੇ ਸੀ ਉਹਨਾਂ ਨੇ ਇਹਨਾਂ ਨੂੰ 10 ਚੀਜ਼ਾਂ ਕਹੀਆਂ ਸੀ ਮੇਬੀ 4 ਦਿੱਤੀਆਂ ਹੋਣੀਆਂ ਸੋ ਇਟਸ ਕਾਈਂਡ ਆਫ ਦ ਰੇਸ਼ੀਓ ਇਜ਼ 40
40% or 30%, right? मैं federal government तो कुछ कह नहीं सकती, I don't know, but मैं provincially I've been following and they've been delivering a lot. जी. And municipally भी मैं देख रही हूँ because I'm also involved in that. Everyday mindset ਇਹੀ ਹੁੰਦਾ deliver because ਜਿਹੜੀ ਉਹ ਸੈਲਰੀ ਹੈ ਨਾ ਉਹ ਟੈਕਸ ਪੇਅਰ ਦੀ ਪਾਕਟ ਚੋਂ ਆਉਂਦੀ ਆ, ਕਿਸੇ ਦੀ ਮਮ ਉੱਤੇ ਟੋਇਲਟ ਕਲੀਨ ਕਰ ਰਹੀ ਹੈ ਵੀ ਮੇਰੇ ਵਰਗੀ ਨੂੰ ਪੇ ਮਿਲੇ ਐਂਡ ਉਹ ਬਹੁਤ ਜ਼ਰੂਰੀ ਆ ਆਪਣੇ ਵਾਸਤੇ ਬਿਕਾਜ਼ ਜੇ ਆਪਾਂ ਉਹ ਗੱਲ ਨੂੰ ਆਨਰ ਕਰਕੇ ਪ੍ਰਿਵਿਲੇਜ ਰੱਖ ਕੇ ਗਾਂ ਜਾਵਾਂਗੇ ਨਾ ਦੈਟਸ ਹਾਊ ਵੀ'll grow that is the only way ਜੀ ਸਿਸਟਮ ਔਰ ਬਹੁਤ ਅੱਛਾ ਤੁਸੀਂ ਇਸ ਚੀਜ਼ ਦਾ ਜਵਾਬ ਦਿੱਤਾ ਹੈ ਔਰ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਤੁਹਾਡਾ ਜਿਹੜਾ ਓਵਰਆਲ ਨਜ਼ਰੀਆ ਜਿਹੜਾ ਉਹ ਪੋਜ਼ਿਟਿਵ ਇਸ ਲਈ ਲੱਗ ਰਿਹਾ ਕਿਉਂਕਿ ਤੁਸੀਂ ਜਿਹੜੀਆਂ ਇੱਥੋਂ ਦੀ ਜਿਹੜੀਆਂ ਤੁਸੀਂ ਚੋਣ ਵੀ ਲੜੀ ਆ ਔਰ ਤੁਸੀਂ ਉਸ ਸਿਸਟਮ ਦੇ ਵਿੱਚ ਖੁਦ ਦੇਖ ਰਹੇ ਹੋ ਵੀ ਕਿਵੇਂ ਕੰਮ ਕਰ ਰਿਹਾ ਔਰ ਜਿਹੜੀ ਤੁਸੀਂ ਪੈਂਡੈਮਿਕ ਦੀ ਗੱਲ ਕਰ ਰਹੇ ਹੋ ਜਿਹੜਾ ਕਰੋਨਾ ਮਹਾਮਾਰੀ ਦਾ ਦੌਰ ਚੱਲਿਆ ਉਹਦੇ ਵਿੱਚੋਂ ਜਿਹੜੀਆਂ ਖਾਸ ਕਰਕੇ ਕੈਨੇਡਾ ਦੀਆਂ ਤਿੰਨੇ ਵੱਡੀਆਂ ਪਾਰਟੀਆਂ ਉਹਨਾਂ ਨੇ ਰਲ ਕੇ ਕੰਮ ਕੀਤਾ ਕਿਸੇ ਨੇ ਕਿਸੇ ਨੂੰ ਕੋਈ ਕ੍ਰਿਟੀਸਾਈਜ਼ ਨਹੀਂ ਕੀਤਾ ਕਿ ਜੇ ਟਰੂਡੋ CERB ਦੇ ਰਿਹਾ ਤਾਂ ਕਿਉਂ ਦੇ ਰਿਹਾ ਤਾਂ ਕਿ ਜੇ ਉਹਨੇ ਜਿਹੜੇ ਸਾਡੇ ਜਿਹੜੇ ਕਮਰਸ਼ੀਅਲ ਆ ਉਹਨਾਂ ਨੂੰ ਰੈਂਟਲਸ ਦੇ ਲਈ ਕੁਛ ਫੰਡਿੰਗ ਦਿੱਤੀ ਹੈ ਤਾਂ ਕਿਉਂ ਦਿੱਤੀ ਜਾ ਰਹੀ ਹੈ ਤਾਂ ਜੇ ਇਹੀ ਚੀਜ਼ਾਂ ਜੇ ਮੈਂ ਭਾਰਤ ਦੀ ਗੱਲ ਕਰਾਂ ਜਾਂ ਹੋਰ ਕਿਸੇ ਕੰਟਰੀ ਦੀ ਗੱਲ ਕਰਾਂ ਤਾਂ ਉੱਥੇ ਕੀ ਮਾਹੌਲ ਹੋਣਾ ਸੀ ਅਸੀਂ ਸਾਰੇ ਜਾਣਦੇ ਹਾਂ ਲੇਕਿਨ ਇਹ ਬਹੁਤ ਅੱਛਾ ਔਰ ਪੋਜ਼ਿਟਿਵ ਨਜ਼ਰੀਆ ਔਰ ਦੇਖਣ ਨੂੰ ਵੀ ਮਿਲਿਆ ਇਹਨਾਂ ਨੇ ਰਲ ਕੇ ਇੱਕ ਦੂਜੇ ਦੇ ਨਾਲ ਮੋਢਾ ਜੋੜ ਕੇ ਪੂਰੇ ਲੋਕਾਂ ਦਾ ਪੂਰੀ ਲੋਕਾਈ ਦਾ ਔਰ ਪੂਰੇ ਜਿੰਨੇ ਵੀ ਅਸੀਂ ਰਹਿ ਰਹੇ ਹਾਂ ਚਾਹੇ ਕਿਸੇ ਵੀ ਕੰਟਰੀ ਤੋਂ ਆਏ ਹਾਂ ਉਹਨਾਂ ਦੇ ਸਾਰਿਆਂ ਦੇ ਲਈ ਭਲੇ ਦੀ ਕਾਮਨਾ ਇਹਨਾਂ ਨੇ ਕੀਤੀ ਔਰ ਸੋਚੀ ਹੈ ਐਂਡ ਉਹ ਜ਼ਰੂਰੀ ਹੈ ਇਹਨੇ ਗਾਂ ਵੀ ਤਾਂ ਕਰ ਰਹੇ ਕਿਉਂਕਿ ਜੇ ਆਪਣੇ ਹਾਈਐਸਟ ਆਰਡਰ ਹੀ ਟੁੱਟ ਜੇ ਨਾ ਜਿਹੜਾ ਸਾਰਿਆਂ ਤੋਂ ਲੋ ਆ ਉਹ ਕੀ ਕਰੂਗਾ ਆਪਾਂ ਐਗਜ਼ਾਮਪਲ ਉੱਪਰ ਦੇਖ ਕੇ ਲਵਾਂਗੇ ਨਾ ਇਹਨਾਂ ਤੋਂ ਸੋ ਜੇ ਇਹੀ ਆਪਣੇ ਵਾਸਤੇ ਪੋਜ਼ਿਟਿਵ ਕਰ ਰਹੇ ਆ ਉਹ ਆਪਾਂ ਨੂੰ ਇਨਕਰੇਜਮੈਂਟ ਦੇ ਰਿਹਾ ਇਸ ਟਾਈਮ ਦੇ ਵਿੱਚ ਬਿਕਾਜ਼ ਇਨ ਆਲ ਓਨੈਸਟੀ ਕਿਸੇ ਨੇ ਦੇਖਿਆ ਨਹੀਂ ਸੀ ਵੀ ਇਹ ਕੀ ਹੋਣਾ ਐਂਡ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਵੀ ਇੰਨਾ ਚਿਰ ਐਂਡ ਅੱਜ ਵੀ ਨਹੀਂ ਆਪਾਂ ਨੂੰ ਪਤਾ ਜੀ ਔਰ ਪਿਛਲੇ ਜਦੋਂ ਦੀ ਕਹਿੰਦੇ ਵੀ ਇਤਿਹਾਸ ਦੇ ਵਿੱਚ ਇੰਨਾ ਲੰਮਾ ਜਿਹੜੀ ਮਹਾਮਾਰੀ ਕਦੇ ਚੱਲੀ ਨਹੀਂ ਹੈ ਜਿੰਨਾ ਚੱਲ ਰਹੀ ਹੈ ਇਟ ਹੈਜ਼ 1920 ਦੇ ਵਿੱਚ ਸਪੈਨਿਸ਼ ਫਲੂ ਆਇਆ ਸੀ ਜੀ and but ਉਸ ਟਾਈਮ ਇੰਨੀਆਂ ਰਿਸੋਰਸਿਸ ਨਹੀਂ ਸੀ ਇੰਨੀ ਐਬਿਲਿਟੀਜ਼ ਨਹੀਂ ਸੀ ਐਂਡ ਇੰਨੇ ਸਕਿੱਲਸ ਨਹੀਂ ਸੀ ਜਿਵੇਂ ਹੁਣ ਆਪਾਂ ਬਰੈਂਪਟਨ 'ਚ ਮੈਂ ਬਹੁਤ ਦੇਖਦੀ ਹਾਂ ਆਪਣੀ ਕਮਿਊਨਿਟੀ ਦੇ ਵਿੱਚ ਐਂਡ ਆਈ ਗੈਸ ਸਿੱਖ ਧਰਮ ਦੇ ਵਿੱਚ ਉਹ ਦਸਵੰਧ ਦੀ ਇੱਕ ਆਦਤ ਸ਼ੁਰੂ ਹੋਈ ਆ ਵੰਡ ਛਕਣਾ ਸਾਰਿਆਂ ਦੇ ਨਾਲ ਲੰਗਰ ਔਰ ਫੂਡ ਰੈਡੀ ਕਰਕੇ ਨਾਟ ਜਸਟ ਵੀ ਰੋਟੀ ਹੋਵੇ ਔਰ ਰਾਈਸ ਹੋਵੇ ਜੋ ਵੀ ਉਹਨਾਂ ਦੀ ਨੀਡਸ ਆ ਵੀ ਇਹ ਪਾਸਤਾ ਵੈਜੀਟੇਬਲਸ ਉਹ ਡਿਲੀਵਰ ਕਰ ਰਿਹਾ ਇਟਸ ਸੋ ਇੰਪੋਰਟੈਂਟ ਜੀ ਬਹੁਤ ਵੱਡੀ ਗੱਲ ਹੈ ਇਹ ਔਰ ਇਕੱਲੇ ਆਪਾਂ ਸਿਰਫ ਗਰੋਸਰੀ ਜਾਂ ਲੰਗਰ ਦੀ ਗੱਲ ਨਹੀਂ ਕੀਤੀ ਔਰ ਨਾਲ ਦੀ ਨਾਲ ਬਹੁਤ ਸਾਰੀਆਂ ਹੋਰ ਕਮਿਊਨਿਟੀਜ਼ ਆ ਜਿਹੜੇ ਫ੍ਰੀ ਦੇ ਵਿੱਚ ਮਾਸਕ ਬਣਾ ਰਹੇ ਆ ਜਾਂ ਜਿਹੜੇ ਨਰਸਿੰਗ ਹੋਮਸ ਆ ਉਹਨਾਂ ਦੇ ਲਈ ਉਹ ਸ਼ੀਲਡ ਵਗੈਰਾ ਉਹ ਵੀ ਫ੍ਰੀ ਦੇ ਵਿੱਚ ਡਿਲੀਵਰ ਕਰ ਰਹੇ ਆ ਲੇਡੀਜ਼ ਜਿਵੇਂ ਹੋਰ ਕਮਿਊਨਿਟੀਜ਼ ਦੇ ਲੇਡੀਜ਼ ਪੇਪਰ ਕਲੌਥ ਮਾਸਕ ਡਿਫਰੈਂਟ ਥਿੰਗਸ ਬਣਾ ਕੇ ਡ੍ਰੌਪ ਆਫ ਕਰ ਰਹੇ ਡਿਲੀਵਰੀਜ਼ ਕਰ ਰਹੇ ਆ ਐਂਡ ਇੱਥੇ ਹੀ ਤੁਹਾਨੂੰ ਸ਼ੋ ਹੁੰਦਾ ਵੀ ਆਪਣੇ ਐਥਿਕਸ ਕੀ ਆ ਐਂਡ ਇਹ ਆਪਣੀ ਜਿਹੜੀ ਕੰਟਰੀ ਹੈ ਜਿਹੜੀ ਆਪਾਂ 에ਅਰ ਬਰੀਥ ਕਰਦੇ ਨਾ ਆਪਾਂ ਇੱਥੋਂ ਹੀ ਲੈਂਦੇ ਆ ਇਟਸ ਦਿਸ ਡਰਟ ਇਟਸ ਦਿਸ ਮਿੱਟੀ that we're on that's what's propelling us ਜੀ ਔਰ ਇੱਕ ਨਾਲ ਦੀ ਨਾਲ ਹੋਰ ਅੱਗੇ ਆਪਾਂ ਚੱਲਦੇ ਜਾਈਏ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਸਾਡੀਆਂ ਜਿੱਥੇ ਮੈਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਜਿੱਥੇ ਅਸੀਂ ਕੰਟਰੀ ਦੇ ਸੋਰਸਸ ਨੂੰ ਔਰ ਕੰਟਰੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਇੰਜੋਏ ਕਰ ਰਹੇ ਹਾਂ ਆਪਣੇ ਬੱਚਿਆਂ ਲਈ ਇੱਕ ਵੱਡਾ ਸੁਪਨਾ ਸਿਰਜ ਰਹੇ ਹਾਂ ਕਿ ਵੀ ਇਸ ਤਰ੍ਹਾਂ ਹੋਊਗਾ ਮੇਰਾ ਬੱਚਾ ਇਸ ਤਰ੍ਹਾਂ ਹੋਊਗਾ ਨਾ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਰਿਸਪੌਂਸਿਬਿਲਿਟੀਜ਼ ਆ ਸਾਡੀਆਂ ਡਿਊਟੀਜ਼ ਆ ਜ਼ਿੰਮੇਵਾਰੀਆਂ ਨੇ ਕੈਨੇਡਾ ਦੇ ਪ੍ਰਤੀ ਜਾਂ ਇੱਕ ਚੰਗੇ ਨਾਗਰਿਕ ਹੋਣ ਦੇ ਲਈ ਸਾਨੂੰ ਕੀ ਹੋਰ ਚਾਹੀਦਾ ਉਹ ਵੀ ਤੁਸੀਂ ਦੇਖਦੇ ਹੋ ਤੁਸੀਂ ਜਿਵੇਂ ਚੋਣਾਂ ਦੇ ਵਿੱਚ ਖੜ੍ਹੇ ਹੋ ਔਰ ਤੁਹਾਨੂੰ ਡੋਰ ਟੂ ਡੋਰ ਵੀ ਜਾਣਾ ਪੈਂਦਾ ਔਰ ਲੋਕਾਂ ਦੇ ਤੁਸੀਂ ਕੀ ਫੀਲ ਕਰਦੇ ਹੋ ਕਿ ਜਦੋਂ 30 ਸਾਲ ਪਹਿਲਾਂ ਜਦੋਂ ਦਾ ਤੁਸੀਂ ਇੱਥੇ ਬੌਰਨ ਹੋਏ ਆ ਤਾਂ ਅੱਜ ਦੇ ਕੈਨੇਡਾ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਮੈਂ ਖਾਸ ਕਰਕੇ ਪੁਆਇੰਟ ਕਰ ਰਿਹਾ ਸਫਾਈ ਨੂੰ ਲੈ ਕੇ ਇਮਾਨਦਾਰੀ ਨੂੰ ਲੈ ਕੇ ਉਹਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਗ੍ਰਾਫ ਉੱਪਰ ਨੀਚੇ ਗਿਆ ਥੋੜਾ ਬਹੁਤਾ ਤਾਂ ਹੁੰਦਾ ਰਾਈਟ ਬਿਕਾਜ਼ ਜਦੋਂ ਚੇਂਜ ਹੁੰਦੀ ਆ ਦੋਨੇ ਚੀਜ਼ਾਂ ਹੁੰਦੀਆਂ ਪੋਜ਼ਿਟਿਵ ਵੀ ਹੁੰਦਾ ਨੈਗੇਟਿਵ ਵੀ ਹੁੰਦਾ ਐਂਡ ਆਈ ਥਿੰਕ ਗ੍ਰਾਫ ਉੱਪਰ ਵੀ ਗਿਆ ਐਂਡ ਥੱਲੇ ਵੀ ਗਿਆ ਬਟ ਆਈ ਥਿੰਕ ਵਨ ਬਿਗ ਥਿੰਗ ਹੋਈ ਆ ਜਿਵੇਂ ਸਾਡੀ ਫੈਮਿਲੀ ਦੀ ਹੁਣ ਸੈਕੰਡ ਜਨਰੇਸ਼ਨ ਹੈਗੀ ਔਰ ਥਰਡ ਜਨਰੇਸ਼ਨ ਆਮ ਗੋਇੰਗ ਟੂ ਸੇ ਐਂਡ ਵੀ ਉਹ ਓਪਨ ਮਾਈਂਡਡ ਹੋਣਾ ਪੈਂਦਾ ਸਾਰਿਆਂ ਨੂੰ 올ਡਰ ਜਨਰੇਸ਼ਨ ਨੂੰ ਵੀ ਕਰੰਟ ਨੂੰ ਵੀ ਤੇ ਜਿਹੜੀ ਨਿਊ ਬਣ ਗਈ ਆ ਬਿਕਾਜ਼ ਜਦੋਂ ਆਪਾਂ ਓਪਨ ਮਾਈਂਡਡ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਐਂਟ ਐਂਡ ਐਲੀਫੈਂਟ ਦਾ ਐਗਜ਼ਾਮਪਲ ਕੀੜੀ ਹਾਥੀ ਦਾ ਉਹ ਗੱਲ ਆ ਜੀ ਰਾਈਟ ਸਾਰਿਆਂ ਨੇ ਆਪਣਾ ਟਾਈਮ ਕੱਟਣਾ ਸਾਰਿਆਂ ਨੇ ਗਾਂ ਜਾਣਾ ਕੀੜੀ ਨੇ ਵੀ ਉਧਰ ਜਾਣਾ ਐਲੀਫੈਂਟ ਨੇ ਉਧਰ ਜਾਣਾ ਸਿੰਪਲੀ ਪੁੱਟ ਸੋ ਜਿੰਨਾ ਆਪਾਂ ਓਪਨ ਮਾਈਂਡਡ ਰਹਿ ਕੇ ਆਪਦੇ ਗੋਲ ਤੇ ਫੋਕਸ ਕਰਾਂਗੇ ਨਾ ਉਹ ਬਹੁਤ ਜ਼ਰੂਰੀ ਆ ਪਰ ਜਦੋਂ ਓਪਨ ਮਾਈਂਡਡ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਸਾਡਾ ਗੋਲ ਵੀ ਸਾਨੂੰ ਨਜ਼ਰ ਆ ਰਿਹਾ ਹੁੰਦਾ ਪਰ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਡੇ ਗੋਲ ਨੂੰ
ਮਤਲਬ ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਦੇ ਤੌਰ 'ਤੇ ਕਹਿ ਰਿਹਾ ਕਿ ਸਾਡੇ ਗੋਲ ਨੂੰ, ਸਾਡੇ ਟਾਰਗੇਟ ਨੂੰ ਸਾਡੇ ਤੋਂ ਖੋਹਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਵਿੱਚ ਵਿਚਾਲੇ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ, ਰੁਕਾਵਟਾਂ ਦਿੱਤੀਆਂ ਜਾਂਦੀਆਂ ਕਿ ਅਸੀਂ ਆਪਣਾ ਗੋਲ ਜਾਂ ਆਪਣਾ ਟਾਰਗੇਟ ਅਚੀਵ ਨਾ ਕਰ ਪਾਈਏ। ਇਹ ਮੈਂ ਤਾਂ ਕਹਿ ਰਿਹਾ ਕਿ ਬਹੁਤ ਚੀਜ਼ਾਂ ਇੱਥੇ ਅੱਜ ਕੱਲ੍ਹ ਦੇਖਣ ਨੂੰ ਵੀ ਮਿਲ ਰਹੀਆਂ। ਹੁਣ ਬਹੁਤ ਸਾਰੇ, ਜੇ ਮੈਂ ਐਕਸੀਡੈਂਟਸ ਦੀ ਗੱਲ ਕਰਾਂ, ਔਰ ਬਹੁਤ ਸਾਰੇ ਜਿਵੇਂ ਹੁਣ ਪਿੱਛੇ ਜੇ ਜਿਹੜਾ ਇੱਥੇ ਚੰਕੀ ਆਪਣਾ ਬ੍ਰੈਮਲੀ ਐਂਡ ਕੰਟਰੀ ਸਾਈਡ 'ਤੇ ਜਿਹੜਾ ਐਕਸੀਡੈਂਟ ਹੋਇਆ, ਉਹ ਇੱਕ ਚੋਰੀ ਦੀ ਗੱਡੀ ਔਰ ਇੱਕ 20 ਸਾਲ ਦਾ ਬੱਚਾ ਜਿਹੜਾ ਉਹ ਇੱਦਾਂ ਦਾ ਕੁਛ ਕਰ ਰਿਹਾ, ਉਦੋਂ ਮੈਨੂੰ ਇਹ ਨਜ਼ਰ ਆਉਂਦਾ ਕਿ ਜਿਹੜਾ ਉਹ ਜਿਨ੍ਹਾਂ ਦੀ ਜਾਨ ਗਈ ਹੈ, ਉਹ ਜਿਹੜੀਆਂ ਬੱਚੀਆਂ ਨੇ, ਉਹਨਾਂ ਦੀ ਮਾਂ ਹੈ, ਉਹਨਾਂ ਦਾ ਇੱਕ ਟਾਰਗੇਟ ਸੀ, ਇੱਕ ਗੋਲ ਸੀ, ਜਿਹਨਾਂ ਵੱਲ ਵੱਧ ਰਹੇ ਸੀ। ਲੇਕਿਨ ਅਸੀਂ ਉਸ ਸਥਿਤੀ 'ਚ ਜਾਂ ਉਸ ਸਿਚੁਏਸ਼ਨ 'ਚ ਕਿਵੇਂ ਕਰੀਏ? ਇਹ ਜਸਟ ਇੱਕ ਐਗਜ਼ਾਮਪਲ ਦੇ ਰਿਹਾ, ਔਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਵਾਪਰ ਰਹੀਆਂ। ਉਹ ਤਾਂ ਬੜਾ, ਇਟਸ ਸੱਚ ਅ ਅਨਫੋਰਚੂਨੇਟ ਇਨਸੀਡੈਂਟ ਐਂਡ it breaks my heart, honestly. The whole entire story, the family and the way it happened. And I think ਜਿਹੜਾ ਉਹ driver ਸੀ ਦੂਸਰੀ ਕਾਰ ਦਾ, ਉਹ speed ਕਰ ਰਿਹਾ ਸੀ, and I think the police were also trying to stop him. And it's just ਇਹ ਜਿਹੜੇ ਆਪਣੀ young generation ਔਰ ਆਪਣੇ ਬੱਚੇ ਆ, ਸਾਰੀ different communities, ਉਹਨਾਂ ਨੂੰ ਨਾ ਜੇ ਆਪਾਂ ਇੱਕ ਆਪਾਂ ਉਹਨਾਂ ਨੂੰ ਸੋਰਸ ਚੀਜ਼ ਦੇ ਰਹੇ ਹਾਂ ਵੀ ਜੀ ਆਹ ਤੁਹਾਡੀ ਕਾਰ ਆ ਔਰ ਆਹ ਤੁਹਾਡਾ ਫੂਡ ਆ, ਵਟ ਐਵਰ ਵੀ ਹੈਗਾ, ਔਰ ਆਹ ਤੁਹਾਡਾ ਘਰ ਆ, ਇੱਥੇ ਤੁਸੀਂ ਆਪਣੀ ਸਟੂਡੈਂਟ ਲਾਈਫ ਸਪੈਂਡ ਕਰਨੀ ਆ, ਉਹਨਾਂ ਨੂੰ ਨਾ ਉਹਦੇ ਨਾਲ ਇਹ ਵੀ ਸਮਝਾਓ। ਲਾਈਕ when I first got my license, they told me not to speed. They told me exactly this is what your insurance will do, this is what will happen. ਮੈਨੂੰ ਸਾਰੇ consequences ਦੱਸਦੇ ਸੀ। And then my dad's very laid back. He's like, entirely up to you. If anything happens, I can't help you. Simple put. जी बिल्कुल सही. And I think it's important. जे तुसी बच्चे नू responsibility थोड़ी जी पहला ही पाओ ना, and I'm not saying 20-year-old is a बच्चा, but ਉਹਦੀ हैबिट थोड़ी जी ਇਹ जी सी जो ਉਹਨੇ ਕੀਤਾ, because ਅੱਜ 4 people are not in this world ਇਸੇ ਕਰਕੇ ਮੈਂ ਇਹੀ ਮਿਸਾਲ ਮੈਂ ਲਈ ਹੈ ਐਗਜ਼ਾਮਪਲ ਦੇ ਤੌਰ ਤੇ। ਔਰ ਇਹੋ ਜੀ ਜਿਹੜੀ ਜਨਰੇਸ਼ਨ ਆ, ਖਾਸ ਕਰਕੇ ਮੈਂ ਕਹਿ ਰਿਹਾ, ਤੁਸੀਂ ਵੀ ਨੋਟ ਕੀਤਾ ਹੋਊਗਾ ਕਿ ਕਾਨੂੰਨ ਦਾ ਡਰ ਹੈ ਜਿਹੜਾ, ਉਹ ਬਹੁਤ ਘਟਦਾ ਜਾ ਰਿਹਾ। ਕਿਉਂਕਿ ਜੇ ਆਪਾਂ ਟਿਕਟਸ ਦੀ ਗੱਲ ਕਰੀਏ ਕਿ ਪੁਲਿਸ ਵਾਲੇ ਨੇ ਟਿਕਟ ਦੇ ਦੇਣੀ ਆ, ਫਿਰ ਕੀ ਹੋਇਆ, ਇੱਕ ਦੇ ਦੂਗਾ, ਦੋ ਦੇ ਦੂਗਾ, ਔਰ ਉਸ ਪਰਸਨ ਕੋਲ ਤਾਂ ਕਿਤੇ ਸੁਣਿਆ ਵੀ ਹੈ, ਦੇਖਿਆ ਵੀ ਹੈ ਕਿ ਲਾਇਸੈਂਸ ਵੀ ਜਿਹੜਾ ਉਹਦਾ ਰੱਦ ਹੋਇਆ ਸੀ। ਔਰ ਕਾਨੂੰਨ ਦਾ ਡਰ ਜਿਹੜਾ ਹੈ ਉਹ ਕਿਉਂ ਨਿਕਲਦਾ ਜਾ ਰਿਹਾ ਸਾਡੀ ਯੰਗ ਜਨਰੇਸ਼ਨ ਦੇ ਵਿੱਚੋਂ। ਔਰ ਮੈਂ ਅੱਜ ਤਾਂ ਹੀ ਉਹ ਮਿਸਾਲ ਲੈ ਕੇ ਇੱਧਰ ਨੂੰ ਆ ਰਿਹਾ। ਔਰ ਇਹ ਜਿਹੜਾ ਟਾਰਗੇਟ ਦੀ ਗੱਲ ਕਰ ਰਹੇ ਨਾ, ਤੁਸੀਂ ਆਪਣੇ ਟਾਰਗੇਟ ਵੱਲ ਜਾ ਰਹੇ ਹੋ, ਲੇਕਿਨ ਥਰਡ ਪਰਸਨ ਆ ਕੇ ਜੇ ਤੁਹਾਡੇ ਟਾਰਗੇਟ ਨੂੰ ਕੱਟ ਕਰਕੇ ਤੁਹਾਨੂੰ ਨੁਕਸਾਨ ਪਹੁੰਚਾ ਰਿਹਾ, ਤਾਂ ਤੁਸੀਂ ਆਪਣੀ ਸੇਫਟੀ ਲਈ ਉਹ ਬਹੁਤ ਚੀਜ਼ਾਂ ਜਿਹੜੀਆਂ ਨਾ ਅਪਣਾਉਣੀਆਂ ਪੈਂਦੀਆਂ ਨੇ। ਕਾਨੂੰਨ ਦਾ ਡਰ ਆ ਜਿਹੜਾ ਸਾਡਾ, ਉਹ ਕਿਉਂ ਨਿਕਲਦਾ ਜਾ ਰਿਹਾ ਸਾਡੀ ਯੰਗ ਜਨਰੇਸ਼ਨ? ਮੈਨੂੰ ਇਹ ਲੱਗ ਰਿਹਾ ਵੀ when I was growing up, I'll give you an example, ਬੜਾ ਕੁਛ ਹੁੰਦਾ ਸੀ ਬਟ ਸਾਨੂੰ ਬੜੇ ਦਿਨਾਂ ਬਾਅਦ ਪਤਾ ਲੱਗਦਾ ਸੀ। ਜਿਹੜੀ ਅੱਜ ਕੱਲ੍ਹ ਸੋਸ਼ਲ ਮੀਡੀਆ ਨਾ, it's vast, ਬੜਾ ਹੀ ਜ਼ਿਆਦਾ ਚੀਜ਼ਾਂ, ਇਨਫੋਰਮੇਸ਼ਨ ਬਹੁਤ ਛੇਤੀ ਟ੍ਰੇਡ ਹੁੰਦੀ ਆ। ਐਂਡ ਲਾਈਕ ਜਦੋਂ ਮਮ ਐਂਡ ਡੈਡ ਦੀ ਜਨਰੇਸ਼ਨ ਇਟ ਵਾਜ਼ ਲੈਟਰਸ, ਫਿਰ ਫੋਨ ਕਾਲਸ, ਅੱਜ ਕੱਲ੍ਹ ਸਾਰਿਆਂ ਦੇ ਕੋਲ ਸੈੱਲ ਫੋਨਸ ਆ। ਸੋ ਇਨਫੋਰਮੇਸ਼ਨ ਟੂ ਫਾਸਟ ਪਹੁੰਚ ਰਹੀ, ਇੱਕ ਇਹ ਵੀ ਗੱਲ ਹੈ। ਐਂਡ ਜਿਹੜਾ ਤੁਸੀਂ ਜਾਂ ਕ੍ਰਿਮੀਨਲ ਕੋਰਟ ਦੇ ਤੁਸੀਂ ਕਹਿ ਰਹੇ ਵੀ ਕ੍ਰਾਈਮ, ਇਟਸ ਟਰੂ, ਇਹ ਕਿਉਂਕਿ ਚੀਜ਼ਾਂ ਵੀ ਜ਼ਿਆਦਾ ਆ, ਚੀਜ਼ਾਂ ਵੱਧ ਵੀ ਰਹੀਆਂ, ਐਂਡ ਖਰਾਬ ਵੀ ਹੋ ਰਿਹਾ। ਆਈ ਥਿੰਕ ਆਪਾਂ ਨੂੰ ਥੋੜ੍ਹੇ ਜਿਹੇ ਸਟ੍ਰਿਕਟਰ ਮੈਜਰਸ ਪਾਉਣੇ ਚਾਹੀਦੇ ਆ, ਬਿਕਾਜ਼ ਇਹ ਆਪਣੀ ਸੇਫਟੀ ਦੇ ਵਾਸਤੇ ਹੀ ਆ। ਐਟ ਦੀ ਐਂਡ ਆਫ ਦ ਡੇ, ਜੇ ਆਪਾਂ ਕਹਿੰਦੇ ਵੀ ਕਿਸੇ ਦੇ ਬੱਚੇ ਨੂੰ ਹੋ ਸਕਦਾ, ਆਪਾਂ ਨੂੰ ਵੀ ਹੋ ਸਕਦਾ, ਆਪਣੀ ਫੈਮਿਲੀ ਨੂੰ ਵੀ ਹੋ ਸਕਦਾ। ਕੋਈ ਇੱਕ ਜਦੋਂ ਇੱਕ ਕਾਰ ਲੈ ਕੇ ਰੋਡ ਤੇ ਜਾਂਦਾ, ਕੋਈ ਚੀਜ਼ ਤੋਂ ਇਮਿਊਨ ਨਹੀਂ ਹੈਗਾ। ਐਨੀਥਿੰਗ ਕੈਨ ਹੈਪਨ ਟੂ ਐਨੀਵਨ। ਐਂਡ ਜੇ ਆਪਾਂ ਹੀ ਸੇਫ ਆ ਨਾ, ਇਹਦਾ ਮਤਲਬ ਇਹ ਨਹੀਂ ਪਤਾ ਵੀ ਦੂਸਰਾ ਡਰਾਈਵਰ ਕੀ ਕਰ ਰਿਹਾ। ਸੋ ਯੂ ਆਰ 100% ਰਾਈਟ ਵੀ ਆਪਾਂ ਨੂੰ ਮੈਜਰਸ ਲੈਣੇ ਚਾਹੀਦੇ ਆ। ਐਂਡ ਇਹ ਗੱਲ ਐਕਚੁਅਲ ਜਿਹੜਾ ਕ੍ਰਿਮੀਨਲ ਕੋਡ ਆ, ਇਟਸ ਬਾਈ ਦ ਫੈਡਰਲ ਗਵਰਨਮੈਂਟ। ਅੱਛਾ, ਸੋ ਉਹ ਇੱਕ ਫੈਡਸ ਨੂੰ ਇੱਕ ਸਟੈਪ ਲੈਣਾ ਚਾਹੀਦਾ। ਮੇਬੀ ਯੂ ਬੀਇੰਗ ਅ ਮੀਡੀਆ ਪਰਸਨੈਲਿਟੀ, ਯੂ ਕੁਡ absolutely, advocate for that. ਤੁਸੀਂ ਇਹ ਜੀ ਗੱਲ ਨੂੰ ਗਾਂ ਲੈ ਕੇ ਜਾ ਸਕਦੇ ਆ, ਬਿਕਾਜ਼ ਇਹ ਨਹੀਂ ਹੈਗਾ ਵੀ ਸਾਰੀ ਚੀਜ਼ ਨੂੰ ਬਦਲੋ, ਬਟ ਪੋਰਸ਼ਨਸ ਆਫ ਇਟ ਔਰ ਏਰੀਆਜ਼। ਮੈਂ ਤੁਹਾਡੇ ਨਾਲ ਤਾਂ ਡਿਸਕਸ ਕਰ ਰਿਹਾ ਇਹ ਕਿਉਂਕਿ ਮੈਨੂੰ ਪਤਾ ਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ, ਔਰ ਸਾਡੇ ਵੱਲੋਂ ਅਸੀਂ ਪ੍ਰੇ ਵੀ ਕਰਦੇ ਹਾਂ ਕਿ ਤੁਸੀਂ ਜਿੱਤੋ, ਔਰ ਸਾਡੇ ਲੋਕਾਂ ਦੀ ਆਵਾਜ਼ ਲੈ ਕੇ ਤੁਸੀਂ ਗਾਂ ਜਾਓ। ਔਰ ਆਹ ਜਿਹੜੇ ਪੁਆਇੰਟਸ ਅੱਜ ਡਿਸਕਸ ਕਰ ਰਹੇ ਹਾਂ, ਔਰ ਇਹਨੂੰ ਯਾਦ ਰੱਖਿਓ, ਤਾਂ ਕਿ ਜਿਹੜੀ ਸਾਡੇ ਲੋਕਾਂ ਦੀ, ਸਾਡੇ ਸਮਾਜ ਦੀ ਗੱਲ ਹੈ, ਸਾਡੇ ਜਿਹੜੇ ਫੈਡਰਲ ਗੌਰਮੈਂਟਸ ਦੇ ਵਿੱਚ ਚਲਾਉਣ ਵਾਲੇ, ਉਹਨਾਂ ਦੇ ਕੰਨਾਂ ਦੇ ਵਿੱਚ ਪਹੁੰਚੇ। ਔਰ ਅਸੀਂ ਜਿਹੜੇ ਜ਼ਮੀਨੀ ਲੈਵਲ 'ਤੇ ਜਿਉਂ ਰਹੇ ਹਾਂ ਲੋਕ, ਉਹਨਾਂ ਦੀ ਜਿਹੜੀ ਸਹੀ ਹਕੀਕਤ ਕੀ ਆ, ਉਹਨਾਂ ਨੂੰ ਜ਼ਰੂਰੀ ਇਹ ਜਾਣਨਾ ਚਾਹੀਦਾ। ਔਰ ਕਾਨੂੰਨ ਦੇ ਡਰ ਦੀ ਗੱਲ ਮੈਂ ਇਸ ਲਈ ਕਰ ਰਿਹਾ ਸੀਗਾ ਕਿ ਵੀ ਬਹੁਤ ਸਾਰੇ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਬਹੁਤ ਸਾਰਾ ਕੁਛ ਚੱਲ ਰਿਹਾ। ਔਰ ਮੈਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੂਬੇਦਾਰ ਨਾਮ ਦੀ ਕਾਰ ਦਾ ਜਿਹੜਾ ਹੈ ਨਾ, ਉਹ ਇਹੋ ਜਿਹਾ ਕੁਛ ਕਾਫੀ ਵਾਪਰ ਰਿਹਾ।
ਔਰ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਕਿ ਜਦੋਂ ਅਸੀਂ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ 99 ਜਿਹੜੀਆਂ ਗੱਲਾਂ ਜੇ ਉਹ ਪੋਜ਼ਿਟਿਵ ਹੋ ਰਹੀਆਂ ਨਾ, ਅਸੀਂ ਸਮੂਥ ਚੱਲ ਰਹੇ ਹਾਂ। ਜੇ ਇੱਕ ਵੀ ਗੱਲ 99 ਤੋਂ ਬਾਅਦ ਇੱਕ ਵੀ ਗੱਲ ਜੇ ਨੈਗੇਟਿਵ ਹੋ ਗਈ, ਸਾਡਾ ਸਾਰਾ ਧਿਆਨ ਜਿਹੜਾ ਉਹ ਇੱਕ ਤੇ ਚਲਾ ਜਾਂਦਾ ਡੀਰੇਲ ਹੋ ਜਾਂਦਾ। ਤੇ ਇਸ ਕਰਕੇ ਜਦੋਂ ਇੱਕ ਨੈਗੇਟਿਵ ਹੋ ਗਈ ਤਾਂ ਸਾਰੇ ਦਾ ਸਾਰਾ ਵਰਲਡ ਦੇ ਵਿੱਚ ਜਿੰਨਾ ਵੀ ਪੰਜਾਬੀ ਭਾਈਚਾਰਾ ਬੈਠਾ, ਉਹ ਮੀਡੀਆ ਦੀਆਂ ਤਾਰਾਂ ਜਾਂ ਮੈਸੇਜ ਖੜਕਣੇ ਸ਼ੁਰੂ ਹੋ ਜਾਂਦੇ, ਤੁਹਾਡੇ ਕੀ ਹੋ ਗਿਆ, ਤੁਹਾਡੇ ਬਰੈਂਪਟਨ ਦੇ ਵਿੱਚ ਇੰਨਾ ਬੁਰਾ ਹਾਲ ਆ, ਇਹ ਮਤਲਬ ਤੁਸੀਂ ਵੀ ਇਹ ਚੀਜ਼ਾਂ ਨੋਟ ਕੀਤੀਆਂ, ਕਿਉਂਕਿ ਸਾਨੂੰ ਤਾਂ ਇਹ ਫੀਲ ਹੁੰਦਾ। ਔਰ ਅੱਗੇ ਜਿਵੇਂ ਆਪਾਂ ਗੱਲ ਕਰਦੇ ਹਾਂ, ਮੈਂ ਕਿਸੇ ਤੋਂ ਗੱਲ ਸੁਣ ਰਿਹਾ ਸੀ ਕਿ ਇੱਕ ਬਜ਼ੁਰਗ ਤੋਂ 46 ਸਾਲ ਪਹਿਲਾਂ ਦੀ ਗੱਲ ਦੱਸ ਰਹੇ ਸੀ ਕਿ 46-47 ਸਾਲ ਪਹਿਲਾਂ ਜਦੋਂ ਕੈਨੇਡਾ ਦੇ ਵਿੱਚ ਆਏ ਸੀ, ਅਖਬਾਰ ਔਰ ਦੁੱਧ ਇਸ ਤਰ੍ਹਾਂ ਰੋਡ 'ਤੇ ਪਿਆ ਹੁੰਦਾ ਸੀ, ਤੁਸੀਂ ਪੈਸੇ ਰੱਖੋ, ਦੁੱਧ ਅਤੇ ਅਖਬਾਰ ਤੁਸੀਂ ਚੱਕ ਕੇ ਆਪਣੇ ਘਰ ਲੈ ਜਾਓ। ਇਸ ਤਰ੍ਹਾਂ ਦੀ ਇਮਾਨਦਾਰੀ ਜਿਹੜੀ ਦੇਖੀ ਜਾਂਦੀ ਸੀ, ਲੇਕਿਨ ਅੱਜ ਕਿਤੇ ਉਹ ਅਲੋਪ ਹੁੰਦੀ ਜਾ ਰਹੀ ਹੈ। ਪਰ ਮੈਂ ਚਾਹਣਾ ਕਿ ਤੁਸੀਂ 2-3 ਮਿੰਟ ਦੇ ਵਿੱਚ ਇੱਕ ਮੈਸੇਜ ਦੇ ਤੌਰ 'ਤੇ ਇੱਕ ਜ਼ਰੂਰ ਆਪਣੀ ਜਿਹੜੀ ਯੰਗ ਜਨਰੇਸ਼ਨ ਉਹਨੂੰ ਐਡਰੈਸ ਕਰੋ, ਤਾਂ ਕਿ ਤੁਹਾਡੇ ਤੋਂ ਇੰਸਪਾਇਰ ਹੋ ਕੇ, ਕਿਉਂਕਿ ਇੱਕ ਬਹੁਤ ਚੰਗੇ ਕਿੱਤੇ ਦੇ ਵਿੱਚ ਤੁਸੀਂ ਹੈਗੇ ਹੋ, ਔਰ ਤੁਹਾਡੇ ਤੋਂ ਇੰਸਪਾਇਰ ਹੋ ਕੇ ਜ਼ਿਆਦਾ ਨਹੀਂ ਤਾਂ ਜਿੰਨਿਆਂ ਤੱਕ ਵੀ ਇਹ ਗੱਲ ਪਹੁੰਚੇ ਉਹਨਾਂ 'ਤੇ ਅਸਰ ਜ਼ਰੂਰ ਹੋਵੇ ਕਿ ਅਸੀਂ ਕਾਨੂੰਨ ਨੂੰ ਵੀ ਸਮਝੀਏ, ਆਪਣੀਆਂ ਡਿਊਟੀਜ਼ ਨੂੰ ਵੀ ਸਮਝੀਏ, ਔਰ ਜਿਹੜਾ ਇੱਥੇ ਇੰਨਾ ਸੋਹਣਾ ਸਾਨੂੰ ਵਾਤਾਵਰਨ ਮਿਲਿਆ ਉਹਨੂੰ ਅਸੀਂ ਅੰਜਾਈ ਨਾ ਗਵਾਈਏ, ਇਹਨੂੰ ਇੰਜੋਏ ਵੀ ਕਰੀਏ ਔਰ ਹੋਰ ਬਿਲਡ ਕਰੀਏ ਕੈਨੇਡਾ ਨੂੰ। ਹਾਂਜੀ ਜੀ, ਥੈਂਕ ਯੂ। ਮੈਂ ਨਾ ਸਾਰੇ ਫਰਸਟ ਆਫ ਆਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ, ਆਈ ਵਾਂਟ ਟੂ ਸੇ ਇਟਸ ਐਨ ਆਨਰ ਐਂਡ ਪ੍ਰਿਵਿਲੇਜ ਵੀ ਤੁਸੀਂ ਕੈਨੇਡਾ ਨੂੰ ਪਿਕ ਕਰਦੇ ਆ, ਵੀ ਅਸੀਂ ਇੱਥੇ ਆ ਕੇ ਪੜ੍ਹਨਾ ਐਂਡ ਇੱਥੇ ਆਪਣੀ ਫੈਮਿਲੀ ਨੂੰ ਸ਼ੁਰੂ ਕਰਨੀ ਆ। ਆਈ ਥਿੰਕ ਸਟਰਗਲਸ ਵੀ ਬਹੁਤ ਹੈਗੇ ਆ ਤੁਹਾਡੀ ਲਾਈਫ ਵਿੱਚ, ਤੁਸੀਂ ਬਹੁਤ ਕੁਝ ਛੱਡ ਕੇ ਆਉਂਦੇ ਆ, ਐਂਡ ਸਾਡੇ ਵਾਸਤੇ ਤਾਂ ਈਜ਼ੀ ਹੈ ਕਿਉਂਕਿ ਅਸੀਂ ਇੱਥੇ ਰਹਿੰਦੇ ਆ, ਸੋ ਵੀ ਨੋ ਦ ਵੇਜ਼ ਐਂਡ ਦ ਵੇ ਥਿੰਗਸ ਵਰਕ। ਐਂਡ ਆਈ ਹੋਪ ਵੀ ਤੁਸੀਂ ਰੀਚ ਆਊਟ ਕਰੋ ਆਪਣੇ ਕਾਲਜਸ, ਆਪਣੇ ਸਕੂਲਸ, ਆਪਣੇ ਗਰੁੱਪਸ ਬਣਾ ਕੇ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਹੈਲਪ ਚਾਹੀਦੀ ਹੈ, ਜਿੱਥੇ ਐਵਰੀਡੇ ਕਲਚਰ, ਬੇਸਿਕ ਗੱਲਾਂ ਜਿਵੇਂ ਕਾਰ ਕਿਵੇਂ ਲੈਣੀ, ਕਾਰ ਇੰਸ਼ੋਰੈਂਸ ਦਾ ਕੀ ਵਰਕ ਹੁੰਦਾ, ਜੇ ਕੋਈ ਐਕਸੀਡੈਂਟ ਹੋ ਜੇ ਕੀ ਹੁੰਦਾ, ਲੈਂਡਲੋਰਡ ਐਂਡ ਟੈਨੈਂਟ ਦੇ ਬੜੇ ਇਸ਼ੂ ਹੁੰਦੇ ਆ, ਕਿਹੜੇ ਘਰ ਤੁਸੀਂ ਰਹਿ ਸਕਦੇ ਆ, ਕਿਹੜੀਆਂ ਜੌਬਾਂ ਤੁਸੀਂ ਕਰ ਸਕਦੇ। ਇੱਥੇ ਇਹੋ ਜਿਹੇ ਵੀ ਵੇਜ਼ ਹੈਗੇ ਆ ਵੀ ਤੁਸੀਂ ਪ੍ਰੋਪਰ ਜੌਬਸ ਲੱਭ ਸਕਦੇ ਵੀ ਤੁਸੀਂ ਤੰਗ ਨਾ ਹੋਵੋ। ਐਂਡ ਆਈ ਵਾਂਟ ਯੂ ਟੂ ਰੀਚ ਆਊਟ, ਤੁਸੀਂ ਮੈਨੂੰ ਵੀ ਕੰਟੈਕਟ ਕਰ ਸਕਦੇ। ਆਈ ਐਮ ਟੋਟਲੀ ਓਕੇ ਟੂ ਪ੍ਰੋਵਾਈਡ ਯੂ ਐਨੀ ਟਾਈਪ ਆਫ ਹੈਲਪ ਐਂਡ ਸਪੋਰਟ ਔਰ ਗਾਈਡ ਯੂ ਇਨ ਦੈਟ ਰਿਗਾਰਡ, ਬਿਕਾਜ਼ ਜਿੰਨਾ ਚਿਰ ਤੁਸੀਂ ਪੁੱਛਦੇ ਨਹੀਂ ਨਾ, ਅਸੀਂ ਹੈਲਪ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਤਾ ਨਹੀਂ ਵੀ ਤੁਸੀਂ ਸਟਰਗਲ ਕਰ ਰਹੇ ਆ। ਸੋ ਪਹਿਲਾਂ ਇਹ ਆ ਵੀ ਜੋ ਤੁਹਾਨੂੰ ਚਾਹੀਦਾ ਦੱਸੋ, ਆਸਕ, ਸਾਰੇ ਕਰ ਦੇਣਗੇ, ਕਿਉਂਕਿ ਜਿਹੜੀ ਪਹਿਲੀ ਜਨਰੇਸ਼ਨ ਆਈ ਹੈ ਨਾ, ਉਹਨਾਂ ਨੇ ਵੀ ਇੱਕ ਦੂਜੇ ਨੂੰ ਪੁੱਛ ਕੇ ਹੀ ਸਾਰਾ ਕੁਝ ਕੀਤਾ ਵਾ। ਇਹ ਨਹੀਂ ਵੀ ਇੱਕ ਜਣੇ ਨੂੰ ਪਤਾ ਸੀ, ਵੀ ਸਾਰਿਆਂ ਨੂੰ ਪਤਾ ਸੀ। ਇਟਸ ਲਾਈਕ ਮੰਕੀ ਸੀ ਮੰਕੀ ਡੂ। ਸੋ ਤੁਹਾਡੀ ਵੀ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ ਵੀ ਜਿੱਥੇ ਤੁਹਾਨੂੰ ਸਪੋਰਟ, ਹੈਲਪ, ਐਨੀਥਿੰਗ ਚਾਹੀਦਾ, ਪਲੀਜ਼ ਰੀਚ ਆਊਟ ਟੂ ਅਸ। ਵੀ ਆਲ ਵਾਂਟ ਟੂ ਹੈਲਪ ਯੂ, ਬਿਕਾਜ਼ ਇਹ ਇਕੱਲੀ ਇੱਕ ਜਾਣੇ ਦੀ ਥਾਂ ਨਹੀਂ ਹੈਗੀ, ਆਪਣੀ ਸਾਰਿਆਂ ਦੀ ਹੈ, ਅਤੇ ਤਾਂ ਹੀ ਆਪਾਂ ਵਧਾਂਗੇ। ਮੈਂ ਪਹਿਲਾਂ ਕਿਹਾ ਸੀ ਵੀ ਇਨ ਕੈਨੇਡਾ ਆਈ ਥਿੰਕ ਦੇਰ ਇਜ਼ 37.8 ਮਿਲੀਅਨ ਪੋਪੂਲੇਸ਼ਨ ਐਜ਼ ਆਫ ਨਾਓ, ਐਂਡ ਉਹ ਵਧੂਗੀ, ਐਂਡ ਉਹ ਚੰਗੇ ਦੇ ਵਾਸਤੇ ਵਧੂਗੀ ਇਫ ਯੂ ਗਾਈਜ਼ ਅਲਾਓ ਅਸ ਟੂ ਹੈਲਪ ਯੂ, ਗਿਵ ਦ ਸੋਰਸਿਸ ਜਿਵੇਂ ਵੀ ਆਪਾਂ ਕਰ ਸਕਦੇ ਹਾਂ, ਬਿਕਾਜ਼ ਤੁਹਾਡੀ ਫੈਮਲੀਜ਼ ਬਹੁਤ ਹਾਰਡ ਵਰਕ ਕਰਕੇ ਤੁਹਾਨੂੰ ਇੱਥੇ ਸੈਂਡ ਕਰਦੀਆਂ, ਐਂਡ ਤੁਹਾਡੇ ਵਾਸਤੇ ਆਈ ਥਿੰਕ ਸਕੂਲਸ ਦੇ ਵੀ ਬੜਾ ਇਸ਼ੂ ਆ, ਦੇਰ ਸੋ ਮੈਨੀ ਡਿਫਰੈਂਟ ਥਿੰਗਸ। ਸੋ ਆਈ ਥਿੰਕ ਆਪਾਂ ਨਾ ਇਹ ਪ੍ਰੋਬਲਮਸ ਨੂੰ ਐਡਰੈਸ ਕਰੀਏ, mental issues, general stress, on the everyday life ਦਾ stress, ਜਿੰਨਾ ਚਿਰ ਆਪਾਂ ਉਹ ਡਿਸਕਸ਼ਨ ਨਹੀਂ ਕਰਦੇ ਆਪਾਂ ਗਾਹ ਨਹੀਂ ਜਾ ਸਕਦੇ। So I leave it to you and thank you so much for watching us today and happy Canada Day. ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਗੁਰਦੀਪ ਕੌਰ ਜੀ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਜਿਹੜੀ ਹੈਲਦੀ ਡਿਸਕਸ਼ਨ ਹੋਈ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰ੍ਹਾਂ ਕੋਈ ਨਵੇਂ ਟੌਪਿਕ 'ਤੇ ਅਸੀਂ ਕੋਈ ਚਰਚਾ ਕਰਾਂਗੇ, ਔਰ ਤੁਹਾਨੂੰ ਮੈਂ ਸੱਦਾ ਵੀ ਦੇਵਾਂਗਾ ਕਿ ਤੁਸੀਂ ਸਟੂਡੀਓ ਦੇ ਵਿੱਚ ਆ ਕੇ ਇੱਕ ਨਵੇਂ ਵਿਸ਼ੇ 'ਤੇ ਗੱਲਬਾਤ ਕਰੋ। ਔਰ ਇੱਕ ਵਾਰੀ ਫਿਰ ਤੁਹਾਨੂੰ ਵੀ ਹੈਪੀ ਕੈਨੇਡਾ ਡੇ, ਔਰ ਸ਼ੁਕਰੀਆ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਜੀ। ਸੋ ਤੁਹਾਡਾ ਵੀ ਸ਼ੁਕਰੀਆ ਦੋਸਤੋ, ਇਸੇ ਤਰੀਕੇ ਦੇ ਨਾਲ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਨੂੰ ਪਿਆਰ ਦਿੰਦੇ ਰਹੋ, ਔਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਸੋਮਵਾਰ ਤੋਂ ਵੀਰਵਾਰ ਤੱਕ ਇਸ ਦਾ ਸਮਾਂ ਜਿਹੜਾ ਉਹ 7 ਤੋਂ 8 ਹੁੰਦਾ ਹੈ, ਔਰ ਨਵਾਂ ਵਿਸ਼ਾ ਔਰ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਸਾਂਝ ਪਵਾਉਣੇ ਆ, ਜਿਹਦੇ ਨਾਲ ਤੁਹਾਨੂੰ ਕੋਈ ਜਾਗਰੂਕਤਾ ਮਿਲ ਸਕੇ। ਔਰ ਅਗਰ ਕਿਸੇ ਕਿਸਮ ਦੀ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਆ, ਜਾਂ ਤੁਹਾਡਾ ਕੋਈ ਸੁਝਾਅ ਹੈ, ਜਾਂ ਕੋਈ ਤੁਸੀਂ ਕਹਿੰਦੇ ਕਿ ਕਿਸੇ ਵਿਸ਼ੇ ਦੇ ਉੱਪਰ ਜਿਹੜੀ ਡਿਸਕਸ਼ਨ ਕੀਤੀ ਜਾਵੇ, ਤਾਂ ਤੁਸੀਂ ਨੰਬਰ ਇੱਕ ਥੱਲੇ ਜਿਹੜਾ ਸਕਰੀਨ ਦੇ ਜਿਹੜਾ ਫਲੈਸ਼ ਹੋ ਰਿਹਾ ਉਹਦੇ ਉੱਪਰ ਤੁਸੀਂ ਕਾਲ ਕਰਨੀ ਹੈ। ਨੰਬਰ ਫਿਰ ਵੀ ਮੈਂ ਬੋਲ ਦਿੰਦਾ, 905 790 9099 ਸਟੂਡੀਓ ਦਾ ਨੰਬਰ ਹੈ। ਐਨੀ ਟਾਈਮ ਤੁਸੀਂ ਕਾਲ ਕਰਕੇ ਸੁਝਾਅ ਜਾਂ ਫੀਡਬੈਕ ਦੇ ਸਕਦੇ ਆ। ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਹੈਪੀ ਕੈਨੇਡਾ ਡੇ, ਔਰ ਜਿਉਂਦੇ ਰਹੋ, ਇੰਜੋਏ ਕਰੋ ਪੂਰੇ ਕੈਨੇਡਾ ਦੇ ਵਾਤਾਵਰਨ ਨੂੰ, ਇਸ ਦੇ ਮੌਸਮ ਨੂੰ, ਇੱਥੋਂ ਦੀਆਂ ਜਿਹੜੀਆਂ ਤਰੱਕੀਆਂ ਤੁਸੀਂ ਕਰ ਰਹੇ ਹੋ ਔਰ ਤੁਸੀਂ ਮਿਹਨਤਾਂ ਕਰ ਰਹੇ ਹੋ, ਉਸ ਚੀਜ਼ ਨੂੰ ਵੀ ਇੰਜੋਏ ਕਰੋ। ਨਾਲ ਦੀ ਨਾਲ ਕਾਨੂੰਨ ਔਰ ਆਪਣੀਆਂ ਜ਼ਿੰਮੇਵਾਰੀਆਂ, ਸਾਡੇ ਚੰਗੇ ਨਾਗਰਿਕ ਹੋਣ ਦੇ ਨਾਤੇ, ਜਿਵੇਂ ਗੁਰਦੀਪ ਕੌਰ ਜੀ ਨੇ ਕਿਹਾ, ਉਹਨਾਂ ਨੂੰ ਕਦੇ ਨਾ ਭੁੱਲੋ। ਸੋ
ਇੱਕ ਵਾਰੀ ਫਿਰ ਤੋਂ ਹੈਪੀ ਕੈਨੇਡਾ ਡੇ ਔਰ ਪੂਰੇ ਵਿਜ਼ਨ ਪੰਜਾਬ ਟੀਵੀ ਦੇ ਵੱਲੋਂ ਵੀ। ਔਰ ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਘਰਾਂ 'ਚ ਰਹੋ। ਸ਼ਬਾ ਖੈਰ।